ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਰ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ। शुक्रिया जी, मेरे वालों भी आप जी सारे श्रोते के दर्शकों ਨੂੰ सत श्री अकाल जी। ਕੀ ਹਾਲ ਚਾਲ? ਠੀਕ ਠਾਕ ਹੋ? बड़ी कृपा जी, ਤੁਸੀਂ ਸੁਣਾਓ ਜੀ। ਅੱਛਾ, ਜਿਹੜਾ ਅਜਨਾਲਾ ਕਾਂਡ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ, ਕਿਉਂਕਿ ਆਪੋਜੀਸ਼ਨ ਵਾਲਿਆਂ ਨੂੰ ਬਹੁਤ ਵੱਡਾ ਹਥਿਆਰ ਮਿਲ ਗਿਆ। ਉਹ ਠਾ 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 ਸਮਝ ਲਓ ਕਿ ਆਪਣੇ ਬਿਆਨਬਾਜ਼ੀ ਅਤੇ ਬੰਬਾਰਮੈਂਟ ਕਰ ਰਹੇ ਨੇ। ਅਜਨਾਲਾ ਕਾਂਡ ਦੀ ਗਾਜ ਜਿਹੜੀ ਅੰਮ੍ਰਿਤਸਰ ਦੇ ਜ਼ਿਲ੍ਹਾ ਪੁਲਿਸ ਕਮਿਸ਼ਨ IG ਜਸਕਰਨ ਸਿੰਘ ਤੇ ਡਿੱਗੀ, ਆਪਾਂ ਗੱਲ ਕੀਤੀ, ਤਬਾਦਲਾ ਹੋਇਆ ਔਰ ਨੌਨਿਹਾਲ ਸਿੰਘ ਨੂੰ ਲਾਇਆ ਗਿਆ ਨਵਾਂ ਕਮਿਸ਼ਨਰ। ਹਾਂਜੀ, ਔਰ ਸਿੱਧੂ ਮੂਸੇਵਾਲੇ ਦੇ ਕਤਲ ਨੇ ਉਠਾਏ ਨੇ ਨਵੇਂ ਸਵਾਲ, ਇਹਦੇ ਨਾਲ ਹੀ ਰਿਲੇਟਡ ਸਵਾਲ ਹੈ, ਕੀ ਕਹਿਣਾ ਚਾਹੋਗੇ? ਵੇਖੋ, ਜਸਕਰਨ ਸਿੰਘ IG ਜਿਹੜਾ ਸੀ ਉਹਨੂੰ ਕਾਫੀ ਕੰਮ ਸਰਕਾਰ ਨੇ ਸੌਂਪੇ ਸੀ ਤੇ ਉਹ ਇੱਕ ਨਾ ਬੜਾ ਵਧੀਆ ਅਫਸਰ ਗਿਣਿਆ ਜਾਂਦਾ। ਜਸਕਰਨ ਸਿੰਘ ਨੂੰ ਜੀਰਾ ਜਿਹੜੀ ਮਿਲ ਸੀਗਾ ਉਹਦੇ ਜਿਹੜਾ ਸੀ ਤੇ ਸ਼ਾਂਤਮਈ ਅੰਦੋਲਨ ਦਾ ਬਣਾਈ ਰੱਖਣ ਦਾ ਜਿਹੜਾ ਸੀ ਸਾਰਾ ਕੰਮ ਸੌਂਪਿਆ ਗਿਆ ਸੀ। ਹੋਰ ਵੀ ਕਈ ਕੰਮ ਸੌਂਪੇ ਹੋਏ ਸੀ। ਉੱਥੋਂ ਫਿਰ ਇਹ ਜਦੋਂ ਸੁਖਚੈਨ ਸਿੰਘ ਸਾਡੇ ਇੱਥੋਂ ਚੇਂਜ ਹੁੰਦੇ ਨੇ, IG ਬਣ ਕੇ ਚੰਡੀਗੜ੍ਹ ਚਲੇ ਜਾਂਦੇ ਨੇ, ਉਹਨਾਂ ਦੀ ਜਗ੍ਹਾ ਤੇ ਅਰਨਪਾਲ ਸਿੰਘ ਆਉਂਦੇ ਨੇ ਇੱਥੇ, ਜਿਹੜੇ ਕਮਿਸ਼ਨਰ ਬਣ ਕੇ ਆਉਂਦੇ ਨੇ। ਉਹ ਵੀ ਪਹਿਲਾਂ ਇੱਥੇ ASP ਰਹੇ ਸੀਗੇ, ਥੋੜੀ ਜਿਹੀ ਰਿਜ਼ਰਵ ਦੇ ਕਿਸਮ ਦੇ ਬੰਦੇ ਸੀਗੇ, ਲੇਕਿਨ ਉਹਨਾਂ ਦਾ ਤਬਾਦਲਾ ਉਦੋਂ ਕੀਤਾ ਗਿਆ ਜਦੋਂ ਸੁਖਬੀਰ ਸੂਰੀ ਦਾ ਕਤਲ ਹੁੰਦਾ। ਫਿਰ ਜਸਕਰਨ ਸਿੰਘ ਹੋਰੀ ਆਉਂਦੇ ਆ। ਜਸਕਰਨ ਸਿੰਘ ਹੋਰਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੀ ਕਾਬਲੀਅਤ ਨੂੰ ਵੇਖਦਿਆਂ ਇਹ ਸਰਕਾਰ ਡਿਊਟੀ ਲੈਂਦੀ ਹੈ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਉੱਥੇ ਅਜਨਾਲੇ ਚ ਆ ਰਿਹਾ ਤੇ ਉਹਦੀ ਕਮਾਂਡ ਤੁਸੀਂ ਸੰਭਾਲੋ। 6 ਜ਼ਿਲ੍ਹਿਆਂ ਦੀ ਪੁਲਿਸ ਲਾਈ ਜਾਂਦੀ ਹੈ। ਜਦੋਂ ਕਮਾਂਡ ਸੰਭਾਲਦੇ ਉਹ ਸੰਭਾਲੀ ਨਹੀਂ ਜਾਂਦੀ, ਜਿਹੜੀ ਉਹ ਘਟਨਾ ਵਾਪਰਦੀ ਆ ਉਹ ਚਰਚਾ ਦਾ ਵਿਸ਼ਾ ਬਣਦੀ ਆ। ਉਦੋਂ ਬਾਅਦ ਫਿਰ ਜਸਕਰਨ ਸਿੰਘ ਹੋਰਾਂ ਦੀ ਸਰਕਾਰ ਦੀ ਗਾਜ ਡਿੱਗਦੀ ਹੈ ਤੇ ਉਹਨਾਂ ਦੀ ਬਦਲੀ ਕਰ ਦਿੱਤੀ ਹੈ। ਤੇ ਪਹਿਲੀ ਵਾਰੀ ADGP ਲੈਵਲ ਦਾ, ਇਹਨੇ ਕਿ ADGP ਹੋ ਗਏ ਮੇਰੇ ਖਿਆਲ ਥਾਣੇ ਦੇ SHO ਉਹਨਾਂ ਨੇ ਹੁਣ ਤੇ ਉਹੀ ਮੇਰੇ ਖਿਆਲ ਫੜੇ ਹੋਣੇ। ਤੇ ADGP ਲੈਵਲ ਦਾ ਇੱਥੇ ਜਿਹੜਾ ਕਮਿਸ਼ਨ ਲਾ ਦਿੱਤਾ ਗਿਆ, ਜਿੱਥੇ ਪਹਿਲਾਂ DIG ਤੇ IG ਹੁੰਦੇ ਸੀ, ADGP ਲੈਵਲ ਦਾ ਨੌਨਿਹਾਲ ਸਿੰਘ ਨੂੰ ਪੁੱਛਣਾ। ਦੇਖੋ ਸਵਾਲ ਕੀ ਪੈਦਾ ਹੁੰਦਾ, ਸਵਾਲ ਇਹ ਪੈਦਾ ਹੁੰਦਾ ਸੁਧੂਰੀ ਦਾ ਕਤਲ, ਸੁਧੀਰ ਦਾ ਕਤਲ ਹੁੰਦਾ ਤਾਂ ਤੁਸੀਂ ਕਮਿਸ਼ਨ ਬਦਲਤਾ। ਜੇ ਅਜਨਾਲਾ ਕਾਂਡ ਵਰਦਾ ਤੁਸੀਂ ਕਮਿਸ਼ਨ ਬਦਲਤਾ। ਇਸੇ ਮੰਚ ਤੋਂ ਅਸੀਂ ਸਰਕਾਰ ਨੂੰ ਬਾਰ-ਬਾਰ ਚੇਤਾਉਂਦੇ ਰਹੇ, ਭਾਈ ਸਿੱਧੂ ਮੂਸੇਵਾਲੇ ਕਾਂਡ ਦੇ ਵਿੱਚ ਗੌਰਵ ਤੂਰਾ ਜਿਹੜਾ ਮਾਨਸਾ ਦਾ SSP, ਉਹ ਕਿਉਂ ਨਹੀਂ ਬਦਲਿਆ ਜਾ ਰਿਹਾ? ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਦੋਂ ਉਹਦਾ ਚਿਹਰਾ ਵੇਖਣ ਵਾਲਾ, ਤੇ ਜਿਸ ਦਿਨ ਉਹ ਦੀਪਕ ਟੀਨੂ ਭਜਦਾ ਉਹਦਾ ਚਿਹਰਾ ਵੇਖਣ ਵਾਲਾ SSP ਦਾ ਗੌਰਵ ਤੂਰਾ ਦਾ। ਗੌਰਵ ਤੂਰਾ ਬਾਰੇ ਕਈ ਲੋਕਾਂ ਨੇ ਹੋਰ ਹੀ ਆਵਾਜ਼ ਉਠਾਈ, ਅਸੀਂ ਆਵਾਜ਼ ਹੁੰਦੇ ਵੀ ਇਹਦੀ ਬਦਲੀ ਕਰੋ, ਇਹ ਫਿੱਟ ਨਹੀਂ। ਜਿਹਦੀ ਕਮਾਂਡ ਥੱਲੇ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ। ਹੁਣ ਵੇਖੋ ਜੀ ਨਵੀਂ ਗੱਲ ਸਾਹਮਣੇ ਆਈ ਆ, ਜਿਹੜਾ ਮਨਮੋਹਨ ਮਹਿਰਾ ਤੇ ਮਨਪ੍ਰੀਤ ਜਿਹੜਾ ਮੰਨੂ ਜਿਹੜਾ ਮਾਰਿਆ ਗਿਆ ਵਾ, ਇਹ ਕਿਹਾ ਗਿਆ ਕਿ ਵੀ ਇਹ ਸਟੈਂਡ ਬਾਈ ਸੀ ਉਹਦੇ ਕਤਲ ਦੇ ਵਿੱਚ। ਅੱਛਾ, ਜੇ ਪਹਿਲਾ ਆਪਰੇਸ਼ਨ ਫੇਰ ਹੁੰਦਾ ਤੇ ਦੂਸਰਾ ਆਪਰੇਸ਼ਨ ਇਹਨਾਂ ਕਰਨਾ ਸੀ ਨਾਲ ਕਰਨਾ ਸੀ। ਬਿਲਕੁਲ, ਇਹ ਕਿਹਾ ਗਿਆ। ਹਾਂਜੀ, ਇਹ ਕਿਹਾ ਗਿਆ। ਹੁਣ ਜੇ ਇੱਥੋਂ ਤੱਕ ਗੱਲਾਂ ਚੱਲ ਗਈਆਂ, ਮਨਮੋਹਨ ਜਿਹੜਾ ਮੋਹਣਾ ਤੇ ਜਿਹੜਾ ਮਨਪ੍ਰੀਤ ਇਹ ਜਦੋਂ ਉੱਥੇ ਰੈਕੀ ਕਰ ਰਹੇ ਕਿ ਉਹ ਸੁੱਤੀ ਰਹੀ ਉੱਥੇ। ਹੁਣ ਗੌਰਵ ਤੂਰਾ ਦੀ ਬਦਲੀ ਕੋਈ ਨਹੀਂ ਕੀਤੀ ਗਈ। ਅੱਜ ਵੀ ਜਿਹੜੇ ਉਹਨਾਂ ਦੇ ਫਾਦਰ ਨੇ ਸਿੱਧੂ ਮੂਸੇਵਾਲੇ ਦੇ, ਉਹ ਕਹਿੰਦੇ ਮੇਰੇ ਜਿਹੜੇ ਬੱਚੇ ਦੇ ਕਾਤਲ ਨੇ ਅਜੇ ਬਾਹਰ ਤੁਰੇ ਫਿਰਦੇ। ਤੇ ਮੈਂ ਅਗਲੇ ਮਹੀਨੇ ਤੋਂ ਆਪਣੇ ਜਿਹੜੇ ਪ੍ਰਸ਼ੰਸਕ ਨੇ ਸਿੱਧੂ ਦੇ, ਉਹਨਾਂ ਨਾਲ ਸਲਾਹ ਕਰਕੇ ਤੇ ਬਕਾਇਦਾ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਮਾਰਚ ਕਰੂੰਗਾ। ਹੁਣ ਸਰਕਾਰ ਇੱਥੇ ਜਵਾਬ ਦੇਵੇ, ਸਰਕਾਰ ਇੱਥੇ ਜਵਾਬ ਦੇਵੇ ਵੀ ਜਦੋਂ ਦੀਪਕ ਟੀਨੂ ਭਜਦਾ ਤਾਂ ਉਦੋਂ ਬਾਅਦ ਤੁਸੀਂ ਬਦਲੀ ਕਰਦੇ ਹੋ ਗੌਰਵ ਤੂਰਾ ਦੀ। ਜਿੱਦਣ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਵਾ, ਗੌਰਵ ਤੂਰਾ ਪ੍ਰੈਸ ਨੂੰ ਕਰਦਾ, ਉਹਦੇ ਚਿਹਰੇ ਤੇ ਕੋਈ ਕਿਸੇ ਕਿਸਮ ਦੀ ਕੋਈ ਚਿੰਤਾ ਵਾਲਾ ਚਿੰਨ੍ਹ ਨਹੀਂ ਹੈਗਾ ਕੋਈ। ਜਿੱਦਣ ਦੀਪਕ ਟੀਨੂ ਭਜਦਾ ਵਾ ਫੇਰ ਪ੍ਰੈਸ ਨੂੰ ਮਿਲਦਾ, ਉਦੋਂ ਚਿਹਰੇ ਤੇ ਚਿੰਤਾ ਦਿਖਾਈ ਦਿੰਦੀ ਆ ਵੀ ਇਹ ਗੜਬੜ ਹੋ ਗਈ। ਇਸ ਕਰਕੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਇਹਨਾਂ ਦੋਵਾਂ ਘਟਨਾਵਾਂ ਜੋੜ ਕੇ ਵੇਖਿਆ ਜਾਵੇ
ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਹੈਗੀ ਹੈ, ਜਿਹਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਤਾਰ ਲੱਗਦੇ ਜੁੜਦੇ ਨੇ। ਅੱਛਾ, ਗੱਲ ਕਰੀਏ ਆਫੀਸਰਸ ਜੀ। ਦੀ, ਤਾਂ ਆਫੀਸਰ ਗਲਤ ਕੰਮ ਕਰਾਉਂਦੇ ਨੇ, ਬੜੀਆਂ ਖਬਰਾਂ ਛਪਦੀਆਂ ਨੇ, ਬੜਾ ਕੁਝ ਸਾਹਮਣੇ ਆਉਂਦਾ ਹੈ। ਨਸ਼ੇ ਦੀ ਗਾਜ ਦੇ ਉੱਤੇ ਜੇਕਰ ਆਪਾਂ ਵੇਖੀਏ ਤਾਂ ਵੱਡੇ ਵੱਡੇ ਆਫੀਸਰ, ਵੱਡੇ ਵੱਡੇ ਨੇਤਾਵਾਂ ਦੇ ਨਾਂ ਆਉਂਦੇ ਨੇ। ਨਸ਼ੇ ਦੀ ਵਿਕਰੀ ਨੂੰ ਲੈ ਕੇ ਜੇਲ੍ਹ ਵਿੱਚ ਬੰਦ 2 ਔਰਤਾਂ ਆਪਸ ਵਿੱਚ ਗੁੱਤੋ ਗੁੱਤੀ ਹੋਈਆਂ ਨੇ। ਇੱਕ ਨੇ ਡਿਪਟੀ ਸੁਪਰਡੈਂਟ ਤੇ ਨਸ਼ੇ ਵਿਕਾਉਣ ਦਾ ਦੋਸ਼ ਲਾ ਦਿੱਤਾ ਹੈ। ਕੀ ਕਹਿਣਾ ਚਾਹੋਗੇ? ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇਲ੍ਹ ਦੇ ਵਿੱਚ ਔਰਤਾਂ ਨਸ਼ੇ ਵੇਚ ਰਹੀਆਂ। ਬਾਕੀ ਕੀ ਰਹੇਗਾ ਸਾਰਾ ਪਿੱਛੇ, ਬਾਕੀ ਬਚਿਆ ਕੀ ਹੁਣ ਦੱਸੋ ਤੁਸੀਂ ਪਹਿਲਾਂ। ਜਿਹੜੇ ਜੇਲ੍ਹਾਂ ਦੇ ਬਾਹਰ 1977 ਜਦੋਂ ਅਕਾਲੀ ਸਰਕਾਰ ਬਣਦੀ ਹੈ ਤੇ ਲਿਖ ਕੇ ਲਾ ਦਿੱਤਾ ਜਾਂਦਾ ਵੀ ਸੁਧਾਰ ਘਰ ਲਿਖ ਕੇ, ਤੇ ਮੁੜ ਕੇ ਜੇਲ੍ਹਾਂ ਦੇ ਵਿੱਚ ਬੈਰਕਾਂ 'ਚ ਪੱਖੇ ਲੱਟਦੇ ਜਾਂਦੇ ਆ, ਭਾਈ ਇੱਥੇ ਲੋਕਾਂ ਨੂੰ ਤਕਲੀਫ ਨਾ ਹੋਵੇ। ਤੇ ਤਕਲੀਫਾਂ ਦੂਰ ਕਰਦੇ ਕਰਦੇ ਹੋਰ ਤਕਲੀਫਾਂ ਸੀ ਆਪਣੇ ਸਿਰ ਪਾਲੀਆਂ। ਹੁਣ ਇਹ ਫਿਰੋਜ਼ਪੁਰ ਜੇਲ੍ਹ ਦੀ ਗੱਲ ਆ, ਉੱਥੇ ਇੱਕ ਪਾਲੀ ਆ, ਇੱਕ ਹਵਾਲਾਤੀ ਹੈ। ਇਹ ਪਾਲੀ ਨੇ ਕੀ ਕੀਤਾ ਵੀ ਜਾ ਕੇ ਸ਼ਿਕਾਇਤ ਕੀਤੀ ਡਿਪਟੀ ਸੁਪਰਡੈਂਟ ਵੀ ਸੁਮਿਤਰਾ ਇੱਥੇ ਨਸ਼ੇ ਵੇਚ ਰਹੀ ਆ, ਜੇ ਕਿਤੇ ਹੁਣੇ ਚੈੱਕ ਕਰੋ ਤਾਂ ਕੋਈ ਨਸ਼ੇ ਬਰਾਮਦ ਹੋ ਸਕਦੇ। ਜਿਹੜਾ ਸੁਪਰਡੈਂਟ ਆ ਉਹ ਗੱਲ ਉਹ ਸੁਮਿਤਰਾ ਨੂੰ ਦੱਸ ਦਿੰਦਾ ਵੀ ਭਾਈ ਤੇਰੀ ਸ਼ਿਕਾਇਤ ਕਰਨ ਵਾਸਤੇ ਪਾਲੀ ਮੇਰੇ ਕੋਲ ਆਈ ਸੀ। ਜਦੋਂ ਉਹ ਆਈ ਤੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਹਨੇ ਆ ਕੇ ਧਮਕਾਇਆ ਸੁਮਿਤਰਾ ਨੇ ਉਹਨੂੰ ਕਿ ਤੂੰ ਸ਼ਿਕਾਇਤਾਂ ਕਰਦੀ ਵੱਡੀ ਵੱਡੀਆਂ ਮੇਰੀਆਂ, ਕੀ ਕਰ ਲੇਗੀ ਤੂੰ ਉਹਨੂੰ। ਜਦੋਂ ਉਹਨੂੰ ਧਮਕਾਇਆ ਤੇ ਉਹ ਫਿਰ ਡਿਪਟੀ ਸੁਪਰਡੈਂਟ ਕੋਲੇ ਗਈ ਵੀ ਵੇਖੋ ਜੀ ਮੈਂ ਤੁਹਾਡੇ ਕੋਲ ਸ਼ਿਕਾਇਤ ਕਰਕੇ ਗਈ, ਪਹਿਲੀ ਗੱਲ ਤੂੰ ਜਾਣਕਾਰੀ ਕਿਵੇਂ ਮਿਲੀ। ਦੂਸਰੀ ਚੀਜ਼ ਇਹ ਆ ਕੋਈ ਕਾਰਵਾਈ ਨਹੀਂ ਕੀਤੀ ਗਈ। ਤੀਸਰਾ ਉਹਨੇ ਮੈਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ। ਉਹ ਅਜੇ ਆਪਣੀ ਸ਼ਿਕਾਇਤ ਲਾਉਂਦੀ ਹੁੰਦੀ ਆ, ਉਸੇ ਕੈਬਨ ਦੇ ਵਿੱਚ ਉੱਥੇ ਕਮਰੇ ਦੇ ਵਿੱਚ ਸੁਮਿਤਰਾ ਆ ਜਾਂਦੀ। ਫਿਰ ਦੋਵਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ, ਲੜਾਈ ਵੀ ਕਾਫੀ ਹੁੰਦੀ ਹੈ, ਦੋਵੇਂ ਫੱਟੜ ਹੁੰਦੀਆਂ ਉੱਥੇ ਲੜਾਈ ਦੇ ਵਿੱਚ। ਅੱਜ ਵੀ ਦੋਵੇਂ ਹਸਪੀਟਲ ਐਡਮਿਟ ਨੇ। ਹੁਣ ਜਿਹੜੀ ਪਾਲੀ ਹਵਾਲਾਤੀ ਆ ਉਹ ਕਹਿੰਦੀ ਵੀ ਜਿਹੜਾ ਸੁਪਰਡੈਂਟ ਆ ਉਹ ਡਿਪਟੀ ਸੁਪਰਡੈਂਟ ਜਿਹੜਾ ਵਾ ਇਹ ਨਸ਼ੇ ਵਿਕਾ ਰਿਹਾ। ਮੈਂ ਇਹਨੂੰ ਦੱਸ ਕੇ ਆਈ ਆ, ਇਹਨੇ ਉਹਨੂੰ ਕਿਹਾ ਤੇ ਮੇਰੀ ਮਾਰਕਟਾਈ ਕੀਤੀ ਗਈ, ਫਰਜ਼ ਦਾ ਬਣਦਾ ਸੀ ਕਾਰਵਾਈ ਕਰਨੀ, ਕਾਰਵਾਈ ਕੋਈ ਨਹੀਂ ਕੀਤੀ ਇਹਨੇ। ਦੂਜੇ ਪਾਸੇ ਡਿਪਟੀ ਸੁਪਰਡੈਂਟ ਸਾਹਿਬ ਕੀ ਕਹਿੰਦੇ ਆ, ਉਹ ਮਹਾਰਾਜ ਇਹ ਗੱਲ ਕਹਿੰਦੇ ਨਹੀਂ ਜੀ ਨਹੀਂ, ਇਹ ਸਭ ਝੂਠੇ ਇਲਜ਼ਾਮ ਨੇ ਮੇਰੇ ਤੇ। ਮੈਂ ਤੇ ਬੜਾ ਸ਼ਰੀਫ ਬੰਦਾ ਜਾਉਂਦਾ ਮੈਂ ਤੇ ਢਿਬਰੀ ਟੈਟ ਪੂਰੀ ਕੀਤੀ ਸਾਰਿਆਂ ਦੇ, ਨਸ਼ੇ ਕਿੱਥੇ ਵਿਕਣ ਦੀ ਗੱਲ ਕਰਦੇ ਆ। ਉਹ ਆਪਣੀ ਸਫਾਈ ਦਿੰਦਾ ਵਾ। ਹੁਣ ਕਿੱਥੇ ਦੇ ਸਰਕਾਰ ਸਾਡੀ। ਇਮੀਡੀਏਟਲੀ ਆਈਜੀ ਨੂੰ ਏਡੀਜੀਪੀ ਨੂੰ ਜੇਲ੍ਹ ਨੂੰ ਜਾ ਕੇ ਦੌਰਾ ਕਰਕੇ ਦੀ ਜਾਂਚ ਕਰਨੀ ਚਾਹੀਦੀ ਸੀ। ਜੇ ਵਾਕਈ ਉਹ ਪੁਲਿਸ ਅਧਿਕਾਰੀ ਦੋਸ਼ੀ ਆ ਤੇ ਉਹਨੂੰ ਡਿਸਮਿਸ ਕੀਤਾ ਜਾਣਾ ਚਾਹੀਦਾ ਸੀ। 3 ਦਿਨ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ। ਕੋਈ ਬਿਆਨ ਨਹੀਂ ਸਰਕਾਰ ਦਾ, ਤੇ ਕਿਸੇ ਅਫਸਰ ਦਾ ਕੋਈ ਬਿਆਨ ਨਹੀਂ ਹੈਗਾ। ਇਹਦਾ ਮਤਲਬ ਵੀ ਸਭ ਅੱਛਾ ਨਹੀਂ। ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਜਿਹੜਾ ਪੰਜਾਬ ਇੱਕ ਪ੍ਰਯੋਗਸ਼ਾਲਾ ਬਣਾਏਗੀ ਹਰ ਪਾਸੇ, ਹਰ ਖੇਤਰ 'ਚ। ਹੁਣ ਇਹ ਪ੍ਰਯੋਗਸ਼ਾਲਾ ਬਣਾ ਕੇ ਪੰਜਾਬ ਬਾਰੇ ਕੀ ਕਰਨਾ ਚਾਹੁੰਦੇ ਆ ਇਹ ਤੇ ਸਰਕਾਰ ਨੂੰ ਪਤਾ ਹੋਊਗਾ। ਲੇਕਿਨ ਜਦੋਂ ਉਹ ਕੁੜੀ ਕਹਿ ਰਹੀ ਆ, ਬਿਆਨ ਦੇ ਰਹੀ ਆ, ਮੀਡੀਆ ਨੇ ਬਿਆਨ ਦਿੱਤੇ ਆ ਵੀ ਮੈਂ ਆ ਸ਼ਿਕਾਇਤ ਲਾਈ ਸੀ ਤੇ ਇਹਨੂੰ ਦੱਸਿਆ ਕਿ ਨਹੀਂ, ਫਿਰ ਮੇਰੇ ਤੇ ਹਮਲਾ ਕਰਾਇਆ। ਫਿਰ ਸਟੂਡੈਂਟ ਨੇ ਆਪਣੇ ਡਿਊਟੀ ਸਟੂਡੈਂਟ ਆਪਣੀ ਜਿਹੜੀ ਉਹ ਸਫਾਈ ਦੇਣ ਡਿਆ ਵਾ। ਇਸ ਕਰਕੇ ਇਹਦੀ ਜਾਂਚ ਕਰਾਓ, ਜਾਂਚ ਕਰਕੇ ਵੇਖੋ ਝੂਠਾ ਕੌਣ ਤੇ ਸੱਚਾ ਕੌਣ, ਤੇ ਜੇ ਸਟੂਡੈਂਟ ਗਲਤ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ। ਅੱਛਾ, ਇੱਕ ਵੱਡੀ ਖਬਰ ਆ ਰਹੀ ਸਾਹਮਣੇ ਕਿ ਹਾਈ ਕੋਰਟ ਦਾ ਬਿਆਨ ਹੈ ਕਿ ਸਭ ਤੋਂ ਵੱਧ ਠੱਗ ਸਾਡੇ ਦੇਸ਼ ਵਿੱਚ ਪਾਏ ਜਾ ਰਹੇ ਨੇ। ਫਿਲਮਾਂ ਦੇ ਵਿੱਚ ਵੀ ਠੱਗ ਵੱਡੇ ਵੱਡੇ ਦਿਖਾਏ ਗਏ ਨੇ। ਕੀ ਕਹਿਣਾ ਚਾਹੋਗੇ? ਠੱਗਾਂ ਦਾ ਹੀ ਪਰਮਾਰ ਹੈ, ਹਾਈ ਕੋਰਟ ਮੰਨ ਰਹੀ ਹੈ। ਜੀ 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 ਉਹਦੇ ਵਿੱਚ ਹੋਇਆ ਹੈ ਜੀ ਇੱਕ ਆਨਲਾਈਨ ਠੱਗੀ ਕਰਨ ਵਾਲਾ ਜਿਹੜਾ ਜੱਜ ਹੈਗਾ ਠੱਗ, ਉਹਦੀ ਥੱਲੇ ਜ਼ਮਾਨਤ ਮਿਲੀ ਨਹੀਂ, ਹਾਈ ਕੋਰਟ ਚਲੇ ਜਾਂਦਾ। ਇਹਦਾ ਨਾਮ ਮੁਹੰਮਦ ਜਬੇਰ ਆ। ਇਹ ਜਦੋਂ ਆਪਣੀ ਆਨਲਾਈਨ ਠੱਗੀ ਮਾਰੀ ਆ ਤੇ ਇਹਦੀ ਸ਼ਿਕਾਇਤ ਹੁੰਦੀ ਹੈ, ਪਰਚਾ ਹੁੰਦਾ, ਜੇਲ੍ਹ 'ਚ ਬੈਠਾ ਇਸ ਵੇਲੇ। ਇਹ ਗਿਆ ਹਾਈ ਕੋਰਟ ਤੇ ਹਾਈ ਕੋਰਟ ਨੇ ਸਾਰਾ ਕੇਸ ਸੁਣਿਆ
ਤੇ ਹਾਈ ਕੋਰਟ ਦੇ ਜੱਜਾਂ ਨੇ ਇਹ ਗੱਲ ਕਹੀ, ਕਹਿੰਦੇ ਯਾਰ ਇੰਜ ਲੱਗਦਾ ਵੀ ਸਭ ਤੋਂ ਜ਼ਿਆਦਾ ਸਾਈਬਰ ਠੱਗ ਸਾਡੇ ਦੇਸ਼ 'ਚ ਆ ਗਏ। ਅੱਜ ਵੀ ਕੈਨੇਡਾ, ਅਮਰੀਕਾ, ਵਿਦੇਸ਼ਾਂ ਦੇ ਵਿੱਚ ਲੋਕ ਫੋਨ ਕਰਦੇ, ਪਛਾਣਿਆ ਹੀ ਨਹੀਂ ਪਛਾਣਿਆ, ਤੇਰਾ ਕੋਈ ਰਿਸ਼ਤੇ ਦੇ ਬਾਹਰ ਨਹੀਂ ਰਹਿੰਦਾ, ਆਹੋ ਰਹਿੰਦਾ, ਫਲਾਣਾ ਰਹਿੰਦਾ, ਅੱਛਾ ਉਹ ਤੇ ਯਾਰ ਫੜਿਆ ਗਿਆ, ਉਹ ਤਾਂ ਚੱਕਰ ਬਣ ਗਿਆ। ਉਹਨੇ ਤੇ ਮੈਨੂੰ ਕਿਹਾ ਵੀ ਮੇਰੇ ਫਲਾਣੇ ਰਿਸ਼ਤੇ ਨੂੰ ਫੋਨ ਕਰਕੇ ਉਹਦੇ ਕੋਲ ਪੈਸੇ ਮੰਗਾ ਥੋੜੇ ਜਿਹੇ, ਮੈਂ ਛੱਡ ਜਾ, ਮੈਂ ਪੁੱਛ ਦੇ ਦੂੰਗਾ। ਕਈ ਠੱਗੀਆਂ ਵੱਜ ਚੁੱਕੀਆਂ ਹੈ, ਕਈ। ਹੁਣ ਉਹਦੇ ਵਿੱਚ ਹਾਈ ਕੋਰਟ ਨੇ ਇੰਨੀ ਗੱਲ ਕਹੀ ਵੀ ਇੰਜ ਲੱਗਦਾ ਸਾਰੇ ਠੱਗ ਸਾਡੇ ਕੋਲ ਆ ਗਏ। ਪਤਾ ਨਹੀਂ ਕਿੰਨੀਆਂ ਵੀ ਜ਼ਮਾਨਤਾਂ ਉਹਨਾਂ ਕੋਲੇ ਦੁਖੀ ਹੋਏ ਚੱਜ ਇੰਨੀ ਗੱਲ ਕਹੀ ਹੈ। ਜੀ ਪਟਿਕ ਸਾਹਿਬ, ਉਸ ਠੱਗ ਪਟਿਕ ਸਾਹਿਬ ਸੌਰੀ ਟੂ ਇੰਟਰਪਟ ਯੂ, ਬੜੀ ਵੱਡੀ ਖਬਰ ਆ ਜਿਹੜੀ ਅੱਜ ਦੀ ਆਪਾਂ ਕਵਰ ਕਰਨੀ ਹੈ। ਅਜਨਾਲਾ ਕਾਂਡ ਦੀ ਜਿਹੜੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ ਨਾ, ਉਸ ਕਮੇਟੀ ਦੇ ਸਾਡੇ ਮਿੱਤਰਾਂ ਦੇ ਵਿੱਚ ਨੇ ਬੜਾ ਲੰਮਾ ਸਮਾਂ ਸਾਡਾ ਟਾਕ ਸ਼ੋਅ ਵੀ ਚੱਲਦੇ ਰਹੇ ਨੇ, ਗੱਲਾਂ ਬਾਤਾਂ ਕੀਤੀਆਂ ਨੇ। ਕੋਆਰਡੀਨੇਟਰ ਨੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ, ਤੇ ਕਾਫੀ ਸਮੇਂ ਬਾਅਦ ਮੈਂ ਉਹਨਾਂ ਨਾਲ ਗੱਲਬਾਤ ਕਰਨ ਲਈ ਫੋਨ ਕਾਲ ਕੀਤੀ ਹੈ, ਤੇ ਮੈਨੂੰ ਖੁਸ਼ੀ ਹੈ ਕਿ ਪਹਿਲੀ ਰਿੰਗ ਤੇ ਉਹਨਾਂ ਨੇ ਫੋਨ ਮੇਰਾ ਪਿਕ ਕਰ ਲਿਆ ਤੇ ਆਵਾਜ਼ ਪਛਾਣ ਕੇ ਮੈਨੂੰ 2 ਮਿੰਟ ਦਿੱਤੇ ਨੇ। ਆਪਾਂ ਇਸ ਗੱਲ ਨੂੰ ਕੰਟੀਨਿਊ ਕਰਾਂਗੇ। ਤੇ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਮੇਰੇ ਨਾਲ ਇਸ ਵਕਤ ਹਾਜ਼ਰ ਨੇ, ਜੋ ਅਜਨਾਲਾ ਕਾਂਡ ਦੀ ਜਾਂਚ ਸ਼ੁਰੂ ਹੋਈ ਹੈ ਉਹਦੇ ਲਈ ਜਿਹੜੀ ਕਮੇਟੀ ਬਣਾਈ, ਕਿੰਨੀ ਮੈਂਬਰੀ ਕਮੇਟੀ ਹੈ, ਕੋਆਰਡੀਨੇਟਰ ਬਣਾਏ ਨੇ ਉਹਦੇ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਸਾਡੇ ਨਾਲ ਨੇ। ਤੁਸੀਂ ਵੀ ਕੋਈ ਕੁਐਸਚਨ ਕਰਨਾ ਚਾਹੋ ਤਾਂ ਕਰ ਸਕਦੇ ਹੋ। ਮੈਂ ਉਹਨਾਂ ਨਾਲ ਦੱਸ ਦਵਾਂ ਉਹਨਾਂ ਨੂੰ ਪਹਿਲਾਂ ਕਿ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਰੰਗਲਾ ਪੰਜਾਬ ਦੇ ਡੇਲੀ ਸਵੇਰੇ ਸ਼ਾਮ ਗੱਲਬਾਤ ਕਰਨ ਵਾਲੇ ਸਰਦਾਰ ਜਸਵੀਰ ਸਿੰਘ ਪੱਟੀ ਫਰੋਮ ਅੰਮ੍ਰਿਤਸਰ ਸਾਡੇ ਨਾਲ ਹਾਜ਼ਰ ਨੇ, ਤੇ ਮੇਰੇ ਨਾਲ ਇਸ ਵਕਤ ਹਾਜ਼ਰ ਨੇ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ। ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਾਵਲਾ ਬਹੁਤ ਸਮੇਂ ਬਾਅਦ ਗੱਲਬਾਤ ਹੋ ਰਹੀ ਹੈ ਤੇ ਹਮੇਸ਼ਾ ਹੀ ਤੁਹਾਨੂੰ ਯਾਦ ਕਰੀਦਾ ਜਦੋਂ ਖਬਰ ਆਉਂਦੀ ਹੈ। ਅੱਛਾ, ਜਿਹੜਾ ਇਹ ਕਾਂਡ ਹੋਇਆ ਅਜਨਾਲਾ ਕਾਂਡ, ਇਹਦੇ ਬਾਰੇ ਪਹਿਲਾਂ ਤਾਂ ਤੁਹਾਡਾ ਪ੍ਰਤੀਕਰਮ ਜਾਣਨਾ ਚਾਹਾਂਗੇ, ਔਰ ਜਿਹੜੀ ਕਮੇਟੀ ਦੀ ਲਿਸਟ ਐ ਸੀ ਸਵੇਰੇ ਸਾਂਝੀ ਕੀਤੀ ਸੀ, ਤੇ ਸਵੇਰੇ ਵੀ ਮਨ ਦੇ ਵਿੱਚ ਆਇਆ ਸੀ ਕਿ ਸਮਾਂ ਮਿਲਿਆ ਤਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੇ ਧੰਨਵਾਦੀ ਹਾਂ ਨੰਬਰ ਤੁਹਾਡਾ ਮਿਲਿਆ ਸਾਨੂੰ ਦੁਬਾਰਾ। ਪੁਰਾਣੇ ਨੰਬਰ ਤੇ ਮੈਂ ਕਾਲ ਕੀਤਾ, ਉਹ ਤੋਂ ਨੰਬਰ ਮਿਲ ਗਿਆ ਤੇ ਤੁਸੀਂ ਪਿਕ ਕੀਤਾ ਹੈ ਤੇ ਸਮਾਂ ਦਿੱਤਾ ਹੈ। ਰੀਨੀ ਰਵੇਗਾ ਹਮੇਸ਼ਾ ਰੰਗਲਾ ਪੰਜਾਬ, ਕਿਉਂਕਿ ਪਹਿਲਾਂ ਵੀ ਆਪਾਂ ਲੰਮਾ ਸਮਾਂ ਗੱਲਬਾਤ ਕੀਤੀ। ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਤੁਹਾਨੂੰ ਕਿਉਂ ਨਹੀਂ ਸਮਾਂ, ਤੁਹਾਡੇ ਨਾਲ ਤਾਂ ਚਾਹੁੰਦੇ ਆ ਗੱਲ ਕਰਦੇ ਰਹੀਏ। ਅੱਛਾ, ਇਹ ਜਿਹੜੀ ਕਾਂਡ ਹੋਇਆ ਜਿਸ ਤਰੀਕੇ ਦਾ, ਪਹਿਲਾਂ ਤਾਂ ਪ੍ਰਤੀਕਰਮ ਤੁਹਾਡਾ ਕੀ ਹੈ, ਕੀ ਕਹਿਣਾ ਚਾਹੋਗੇ, ਔਰ ਜਿਹੜੀ 16 ਮੈਂਬਰੀ ਕਮੇਟੀ ਬਣਾਈ ਹੈ, ਜੇ 15 ਮੈਂਬਰੀ ਕਮੇਟੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੇਰਾ ਹੁਣ ਪ੍ਰਤੀਕਰਮ ਨਹੀਂ ਕੋਈ ਰਹਿ ਜਾਂਦਾ, ਕਿਉਂਕਿ ਮੈਨੂੰ ਉਸ ਕਮੇਟੀ ਦੇ ਵਿੱਚ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਮੈਂ ਆਪਣੇ ਕੋਈ ਅਲੱਗ ਵਿਚਾਰ ਨਹੀਂ ਪੇਸ਼ ਕਰ ਸਕਦਾ। ਮੈਂ ਇਹ ਗੱਲ ਕਹਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਪਾਸ ਦੇਸ਼ ਦੁਨੀਆ ਤੋਂ ਬਹੁਤ ਸਾਰੀਆਂ ਈਮੇਲਜ਼, ਟੈਲੀਫੋਨ ਤੇ ਸਨੇਹ, ਕਈਆਂ ਲੋਕਾਂ ਨੇ ਮਿਲ ਕੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਜੋ ਘਟਨਾ ਚੱਕਰ ਵਾਪਰਦਾ ਜਦੋਂ, ਤੇ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਕਿਵੇਂ ਖਿਆਲ ਰੱਖਿਆ ਜਾਵੇ, ਤੇ ਜਿਹੜੀ ਰਹਿਤ ਮਰਜ਼ਾਦਾ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਪਾਂ ਸਵੇਰੇ ਸ਼ਾਮ ਪੱਟੀ ਸਾਹਿਬ ਤਾਂ ਜਾਂਦੇ ਆ, ਇਹਨਾਂ ਦੇ ਦਰਸ਼ਨ ਵੀ ਉੱਥੇ ਕਰੀਦੇ ਆ ਅੰਮ੍ਰਿਤ ਵੇਲੇ, ਤੇ ਉਹ ਜਿਹੜਾ ਸਮਾਂ ਹੁੰਦਾ ਕਿ ਕਿੰਨਾ ਸਤਿਕਾਰ ਜਿਹੜਾ ਗੁਰੂ ਘਰਾਂ ਦੇ ਵਿੱਚ ਹੁੰਦਾ ਹੈ, ਤੇ ਉਹ ਜਦੋਂ ਆਪਾਂ ਕਿਤੇ ਬਾਹਰ ਦੁਨੀਆ ਦੇ ਵਿੱਚ ਵਿਚਰਦੇ ਹਾਂ ਤੇ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਕਰਨ ਵਾਸਤੇ ਲੈ ਕੇ ਜਾਂਦੇ ਆ, ਤੇ ਉਹ ਕਿਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ, ਉਸ ਨੂੰ ਮੁੱਖ ਰੱਖ ਕੇ ਇਹ ਜਿਹੜੀ ਕਮੇਟੀ ਗਠਨ ਕੀਤੀ ਗਈ ਹੈ। ਇਹਦੇ ਵਿੱਚ ਅਲੱਗ-ਅਲੱਗ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਕੁਝ ਪੰਥਕ ਜਿਹੜੇ ਨੁਮਾਇੰਦੇ ਨੇ, ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ, ਤੇ ਬਹੁਤ ਸਾਰਿਆਂ ਦੇ ਹੋਰਾਂ ਦੇ ਵਿਚਾਰ ਵੀ ਅਸੀਂ ਲਵਾਂਗੇ। ਔਰ ਇਸ ਦਾ ਇੱਕੋ ਇੱਕ ਮਕਸਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਹੋਰ, ਕਿਉਂਕਿ ਕੋਈ ਅੱਜ ਵੱਖਰੀ ਗੱਲ ਨਹੀਂ ਹੋਣੀ, ਇਹ ਪਹਿਲਾਂ ਤੋਂ ਹੀ ਇੱਕ ਬਹੁਤ ਹੀ ਸਤਿਕਾਰ ਭਰਿਆ ਤਰੀਕਾ ਹੈਗਾ, ਜਿਸ ਨੂੰ ਆਪਾਂ ਹੋਰ ਮੇਨਟੇਨ ਕਿਵੇਂ ਕਰਨਾ, ਉਸ ਲਈ ਇਹ ਇੱਕ ਜਥੇਦਾਰ ਸਾਹਿਬ ਨੇ ਸਾਨੂੰ ਹੁਕਮ ਲਾਇਆ ਕਿ ਤੁਸੀਂ ਸਾਰਿਆਂ ਨਾਲ ਤਾਲਮੇਲ ਕਰਕੇ ਤੇ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਦਿਓ, ਤਾਂ ਕਿ 5 ਸਿੰਘ ਸਾਹਿਬਾਨ ਉਸੇ ਰੌਸ਼ਨੀ ਦੇ ਵਿੱਚ ਇਹ ਸਾਰਾ ਫੈਸਲਾ ਜਿਹੜਾ ਉਹਨਾਂ ਨੇ ਲੈਣਾ ਉਹ ਲੈ ਸਕਣ। ਅੱਛਾ, ਪੋਲੀਟੀਕਲ ਮੋਟਿਵ ਦੀ ਅਸੀਂ ਗੱਲ ਨਹੀਂ ਕਰਾਂਗੇ, ਕਿਉਂਕਿ ਅਸੀਂ ਗੱਲ ਕਰਾਂਗੇ ਧਾਰਮਿਕ ਜਿਹੜੀਆਂ ਨੇ ਉਹ ਪਰੰਪਰਾਵਾਂ ਦੇ ਮੁਤਾਬਕ ਹੀ। ਔਰ ਤੁਸੀਂ ਜਾਣਦੇ ਹੋ ਕਿ ਜਦੋਂ ਵੀ ਕਿਤੇ ਧਾਰਮਿਕ ਪਰੰਪਰਾਵਾਂ ਦੀ ਗੱਲ ਚੱਲੀ ਹੈ, ਚਾਹੇ ਉਹ
ਤੁਹਾਡੇ ਵੱਲੋਂ ਮੋਰਚਾਬੰਦੀ ਕੀਤੀ ਗਈ, ਮੋਰਚੇ ਲਾਏ ਗਏ, ਚਾਹੇ ਉਹ ਕੋਈ ਵੀ ਕਿਸੇ ਤਰੀਕੇ ਦੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲਾਂ ਵੀ ਬੇਅਦਬੀ ਹੋਈ, ਉਸ ਵਕਤ ਵੀ ਆਪਾਂ ਗੱਲਾਂ ਬਾਤਾਂ ਕਰਦੇ ਰਹੇ, ਤੁਹਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ, ਤੁਸੀਂ ਮਤਲਬ ਉਸ ਵਕਤ ਵੀ ਮੈਨੂੰ ਯਾਦ ਆ ਜਦੋਂ ਤੁਸੀਂ ਕੰਧ ਟੱਪ ਕੇ ਭੱਜ ਰਹੇ ਸੀ ਤੇ ਮੇਰਾ ਫੋਨ ਖੜਕ ਰਿਹਾ ਸੀ ਤੇ ਆਪਾਂ ਗੱਲਬਾਤ ਕਰ ਰਹੇ ਸੀ। ਉਹ ਸੋਸ਼ਲ ਨੈਟਵਰਕ ਮੀਡੀਆ ਨਹੀਂ ਸੀਗਾ, ਮਤਲਬ ਸਰਕਾਰਾਂ ਦੇ ਦਬਾਅ ਹੇਠ ਵੱਲੋਂ ਤੁਹਾਡੇ ਵਰਗੇ ਜਿਹੜੇ ਸੁਹਿਰਦ ਸੱਜਣ ਹੁੰਦੇ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਇਦਾਂ ਨਾ ਹੋਵੇ, ਇਦਾਂ ਨਾ ਹੋਵੇ। ਜਿੱਦਾਂ ਹੁਣ ਬਾਪੂ ਸੂਰ ਸਿੰਘ ਵਾਲੇ ਦੇ ਮਾਮਲੇ ਦੀ ਵੀ ਆਪਾਂ ਗੱਲ ਕਰੀਏ ਤਾਂ ਆਪਾਂ ਕਿੰਨੀ ਕਵਰੇਜ ਕਰਦੇ ਰਹੇ ਡੇਲੀ ਬੇਸ ਦੇ ਉੱਤੇ। ਅੱਛਾ, ਜਿਹੜੀ ਪੰਥਕ ਰਿਆਇਤ ਮਰਿਆਦਾ ਦੇ ਮੁਤਾਬਕ ਜਿਹੜੀਆਂ ਕਮੇਟੀ ਦੇ ਵਿੱਚ ਨਾਂ ਨੇ, ਕੱਲ ਇੱਕ ਸਾਡੇ ਵੀਰ ਦਾ ਫੋਨ ਆਇਆ ਸੀ ਕਿ ਮੁੜ ਘੁੜ ਕੇ ਨਾਮ ਇਹੀ ਸਾਹਮਣੇ ਆਉਂਦੇ ਨੇ, ਕੋਈ ਹੋਰ ਪੰਥਕ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਨੂੰ ਲੈਣਾ ਚਾਹੀਦਾ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਨਿਗਾਹ ਦੇ ਵਿੱਚ ਕਿਹੜੀਆਂ ਪੰਥਕ ਸ਼ਖਸੀਅਤਾਂ ਨੇ, ਤੁਸੀਂ ਦੱਸੋ, ਜਿਹੜੀਆਂ ਰਹਿ ਗਈਆਂ ਹੋਣ ਜਾਂ ਤੁਸੀਂ ਸਮਝਦੇ ਹੋ ਕਿ ਉਹ ਵੱਧ ਵਿਚਾਰ ਚਰਚਾ ਕਰ ਸਕਦੀਆਂ ਨੇ ਜਾਂ ਜ਼ਿਆਦਾ ਇਨਪੁਟ ਪਾ ਸਕਦੀਆਂ ਨੇ ਕਿ ਇਹ ਜਿਹੜਾ ਮਹਾਰਾਜ ਦਾ ਸਰੂਪ ਜਿਸ ਤਰੀਕੇ ਦੇ ਨਾਲ ਵਿਰੋਧੀ ਜਿਹੜੇ ਭਾਈ ਅੰਮ੍ਰਿਤਪਾਲ ਹੋਣਾ ਦੇ ਕਹਿ ਰਹੇ ਨੇ ਕਿ ਉਹ ਢਾਲ ਬਣਾ ਕੇ ਲੈ ਕੇ ਗਏ ਨੇ, ਇਹ ਇੱਕ ਕਿਸਮ ਦੀ ਜਿਹੜੀ ਆ ਗੁਰੂ ਮਹਾਰਾਜ ਦਾ ਸਰੂਪ ਦੀ ਜਿਹੜੀ ਆ ਵਰਤੋਂ ਕੀਤੀ ਗਈ ਹੈ, ਜਿੱਦਾਂ ਉੱਥੇ ਲੈ ਕੇ ਜਾਣਾ ਚਾਹੀਦਾ, ਜਿਵੇਂ ਮਤਲਬ ਕਹਾਣੀ ਬਣਾਈ ਜਾ ਰਹੀ ਆ, ਅਸੀਂ ਪੰਥਕ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ। ਅੱਛਾ, ਕੀ ਇਹ 15 ਮੈਂਬਰੀ ਕਮੇਟੀ ਦੇ ਨਾਲ ਹੋਰ ਵੀ ਕੋਈ, ਤੁਸੀਂ ਕਹਿ ਰਹੇ ਹੋ ਕਿ ਅਸੀਂ ਵੱਖ-ਵੱਖ ਹੋਰਨਾਂ ਦੇ ਸੁਹਿਰਦ ਸੱਜਣਾ ਦੇ ਕੋਲੋਂ ਵੀ ਵਿਚਾਰ ਲਵਾਂਗੇ, ਕੁਝ ਨਾਮ ਤੁਹਾਡੇ ਕੋਲ ਹੈ ਨੇ ਜਿਨ੍ਹਾਂ ਦੇ ਤੁਸੀਂ ਸੋਚਦੇ ਹੋ ਕਿ ਇਹਨਾਂ ਕੋਲ ਵੀ ਵਿਚਾਰ ਚਰਚਾ? ਇਹਦੇ ਵਿੱਚ ਇਹ ਆ ਕਿ ਮੈਂ ਰੰਗਲਾ ਪੰਜਾਬ ਦੇ ਥਰੂ ਵੀ ਤੁਹਾਡੇ ਥਰੂ ਇਹ ਦੱਸਣਾ ਚਾਹਾਂਗਾ, ਬੇਨਤੀ ਵੀ ਕਰਾਂਗਾ ਕਿ ਕੋਈ ਵੀ ਸੱਜਣ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਫਿਕਰਮੰਦ ਹੈ ਔਰ ਜਿਸ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਜਿਹੜਾ ਉਹ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਤੇ ਕਿਤੇ ਵੀ ਕੋਈ ਬੇਅਦਬੀ ਦੀ ਘਟਨਾ ਨਾ ਵਾਪਰੇ, ਕਿਤੇ ਵੀ ਕੋਈ ਇਸ ਤਰ੍ਹਾਂ ਦਾ ਵਾਦ ਵਿਵਾਦ ਨਾ ਉੱਠੇ ਕਿ ਜਿਹੜਾ ਇਸ ਦੇ ਉੱਤੇ ਕੋਈ ਨਾ ਪੱਖੀ ਜਾਂ ਹਾਂ ਪੱਖੀ ਜਿਹੜਾ ਟਕਰਾਅ ਨਾ ਹੋਵੇ। ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ ਹਰ ਇੱਕ ਦਾ ਵਿਚਾਰ ਇਹਦੇ ਵਿੱਚ ਲਵਾਂਗੇ ਔਰ ਕੋਈ ਵੀ ਇਹਦੇ 'ਚ ਵਿਚਾਰ ਆਪਣੇ ਭੇਜ ਸਕਦਾ, ਪਰ ਕਿਉਂਕਿ ਇਹਦਾ ਦਾਇਰਾ ਇਸ ਕਰਕੇ ਸਿੰਘ ਸਾਹਿਬ ਜੀ ਨੇ ਛੋਟਾ ਰੱਖਿਆ ਕਿਉਂਕਿ ਜਿਹੜੀਆਂ ਪੰਥ ਪ੍ਰਵਾਨਿਤ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਦੋਂ ਵੀ ਅੱਗੇ ਵੀ ਕਦੇ ਕੋਈ ਗੁਰਮਤਾ ਹੁੰਦਾ ਤੇ ਉਹਨਾਂ ਨੂੰ ਹੀ ਬੁਲਾਇਆ ਜਾਂਦਾ ਤੇ ਉਹ ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਦੇਖੀਏ ਕਿ ਬਹੁਤ ਸਾਰੀਆਂ ਘਟਨਾਵਾਂ ਨੂੰ ਲੈ ਕੇ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਜਾਂਦੀ ਹੈ, ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੀ ਤੇ ਹੋਰ ਜਗ੍ਹਾ ਤੇ ਵੀ। ਤਾਂ ਇਸ ਤਰ੍ਹਾਂ ਹੀ ਇਹ ਕੋਸ਼ਿਸ਼ ਹੈ ਕਿ ਇਸ ਦੇ ਵਿੱਚ ਆਪਾਂ ਕਰੀਏ। ਹੋਰ ਵਿਦਵਾਨ ਬਹੁਤ ਸਾਰੇ ਨੇ, ਰਾਤ ਵੀ ਭਾਈ ਹਰਸਿਮਰਨ ਸਿੰਘ ਮੇਰੇ ਨਾਲ ਇੱਕ ਟੀਵੀ ਡਿਬੇਟ ਦੇ ਵਿੱਚ ਸਨ, ਤਾਂ ਉਹਨਾਂ ਨੇ ਵੈਲਕਮ ਕੀਤਾ ਇਸ ਕਮੇਟੀ ਨੂੰ। ਆਪਣੇ ਜਿਹੜੇ ਆਪਣੇ ਸਿੱਖ ਸਕਾਲਰ ਨੇ ਕਈ, ਉਹਨਾਂ ਦੇ ਫੋਨ ਆਏ ਕਿ ਬਹੁਤ ਵਧੀਆ ਸਿੰਘ ਸਾਹਿਬ ਜੀ ਨੇ ਉਪਰਾਲਾ ਕੀਤਾ। ਆਪਣੇ ਬੜੇ ਜਰਨਲਿਸਟ ਸੀਨੀਅਰ ਨੇ ਹਰਜਿੰਦਰ ਸਿੰਘ ਵਾਲੀਆ ਜੀ, ਉਹਨਾਂ ਦਾ ਅੱਜ ਸਵੇਰੇ ਮੈਂ ਸੁਣ ਰਿਹਾ ਸੀ, ਉਹਨਾਂ ਨੇ ਵੀ ਇਸ ਗੱਲ ਨੂੰ ਵੈਲਕਮ ਕੀਤਾ ਕਿ ਬਹੁਤ ਇਹ ਚੰਗਾ ਇੱਕ ਉਪਰਾਲਾ ਕੀਤਾ ਹੈਗਾ। ਸੋ ਆਪਾਂ ਉਸੇ ਹੀ ਰੌਸ਼ਨੀ ਦੇ ਵਿੱਚ ਇਸ ਕਮੇਟੀ ਨੇ ਕੰਮ ਕਰਨਾ ਤੇ ਇਹਨੂੰ ਅਸੀਂ ਲਮਕਾਉਣਾ ਵੀ ਨਹੀਂਗਾ, ਕਿਉਂਕਿ ਜੇ 15 ਦਿਨਾਂ ਦੀ ਗੱਲ ਕਹੀ ਤੇ 15 ਦਿਨਾਂ ਦੇ ਵਿੱਚ ਆਮ ਤੌਰ ਤੇ ਇੱਕ ਪ੍ਰਭਾਵ ਹੀ ਦਿੱਤਾ ਜਾਂਦਾ ਕਿ ਕਮੇਟੀ ਬਣਾ ਦਿੱਤੀ ਜਾਂਦੀ ਹੈ ਤੇ ਕਮੇਟੀ ਬਾਅਦ ਦੇ ਵਿੱਚ ਜਾਂ ਕਮੇਟੀ ਜਾਂ ਜਾਂਚ ਕਮੇਟੀ ਉਹ ਫਿਰ ਕੋਈ ਉਹਦਾ ਰਿਜ਼ਲਟ ਨਹੀਂ ਨਿਕਲ ਕੇ ਆਉਂਦਾ। ਪਰ ਮੈਂ ਇਸ ਗੱਲ ਦਾ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਕਹਿਣਾ ਕਿ ਅਸੀਂ ਜੇ 15 ਦਿਨ ਦਾ ਕਿਹਾ ਤੇ 15 ਦਿਨਾਂ ਦੇ ਵਿੱਚ ਹੀ ਇਹ ਰਿਪੋਰਟ ਜਿਹੜੀ ਹੈ ਸਿੰਘ ਸਾਹਿਬਾਨ ਜੀ ਨੂੰ ਸੌਂਪ ਦਿਆਂਗੇ। ਪਾਟੀ ਸਾਹਿਬ, ਤੁਹਾਡਾ ਕੋਈ ਕੁਐਸਚਨ ਹੈ? ਨਹੀਂ, ਮੇਰਾ ਕੁਐਸਚਨ ਤੇ ਸਿਰਫ ਇਹ ਹੈ ਜੀ, ਕਮੇਟੀ ਬਣਾਈ, ਵੈਲਕਮ, ਬਹੁਤ ਚੰਗਾ ਕੀਤਾ ਵਾ, ਲੇਕਿਨ ਜਹੇਦਾਰ ਸਾਹਿਬ ਨੂੰ ਇੱਥੇ ਕਰੰਟਲੀ ਕੋਈ ਐਕਸ਼ਨ ਲੈਣਾ ਚਾਹੀਦਾ ਸੀ ਕੋਈ ਨਾ ਕੋਈ। ਜਹੇਦਾਰ ਸਾਹਿਬ ਬਿਲਕੁਲ ਸਾਇਲੈਂਟ ਜੇ ਰਹੇ ਤੇ ਐਸੀ ਵੀ ਸਾਇਲੈਂਟ ਕਿਉਂ ਰਹੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਚ, ਕਿਉਂਕਿ ਸਭ ਕੁਝ ਸਾਹਮਣੇ ਆ। ਜਾਂ ਤੇ ਇੱਕ ਚੀਜ਼ ਕੋਈ ਲੁਪੀ ਛੁਪੀ ਹੋਵੇ ਤੇ ਫਿਰ ਆਪਾਂ ਗੱਲ ਕਰੀਏ। ਹਾਂ, ਮਰਿਆਦਾ ਵੀ ਸਾਹਮਣੇ ਆ, ਜੋ ਕੁਛ ਉੱਥੇ ਆ ਉਹ ਵੀ ਸਾਹਮਣੇ ਆ, ਅਖਬਾਰਾਂ ਵੀ ਸਾਹਮਣੇ ਆ, ਲੋਕ ਵੀ ਸਾਹਮਣੇ, ਸੂਏ ਮੋਟੋ ਲੈਣਾ ਚਾਹੀਦਾ ਸੀਗਾ। ਵੀਰ ਦਵਿੰਦਰ ਸਿੰਘ ਜਿਹੜੇ ਸਾਬਕਾ ਸਪੀਕਰ ਨੇ, ਉਹਨਾਂ ਨੇ ਜਥੇਦਾਰ ਨੂੰ ਇੱਕ ਅਪੀਲ ਵੀ ਕੀਤੀ ਸੀ ਇਹਦੇ ਵਿੱਚ ਵੀ ਜਥੇਦਾਰ ਸਾਹਿਬ ਤੁਸੀਂ ਚੁੱਪ ਕਿਉਂ, ਤੁਸੀਂ ਸੂਏ ਮੋਟੇ ਕੁਝ ਨਹੀਂ ਹੁੰਦੇ ਕੇਸ ਦੇ ਉੱਤੇ। ਉਹਨਾਂ ਤੇ ਅਸੀਂ ਉਹ ਗੱਲ ਨਹੀਂ ਕੀਤੀ, ਉਹਨਾਂ ਬੇਅਦਬੀ ਤੱਕ ਗਿਆ ਸੀ, ਬੇਅਦਬੀ ਹੋਈ ਹੈ ਗੁਰੂ ਸਾਹਿਬ ਦੀ। ਇਸ ਕਰਕੇ ਕਮੇਟੀ ਬੜਾਈ ਚੰਗੀ ਆ। ਮੈਨੂੰ ਪਤਾ ਕਰਨੈਲ ਸਿੰਘ ਪੀਰ ਮੰਦੀ ਬੜੇ ਸੁਹਿਰਦ ਬੰਦੇ ਨੇ, ਆਪਣੀ ਪੂਰੀ ਕੋਸ਼ਿਸ਼ ਕਰਨਗੇ, ਲੇਕਿਨ ਹੁਣ ਤੱਕ ਜਿਹੜੀਆਂ ਕਮੇਟੀਆਂ ਬਣੀਆਂ ਨੇ ਉੱਥੇ ਉਹਨਾਂ ਦਾ ਰਿਜ਼ਲਟ ਕੋਈ ਸਾਹਮਣੇ ਆਇਆ ਨਹੀਂ ਗਾ। ਇਹ ਤੇ ਆਪਣੀ ਰਿਪੋਰਟ ਦੇ ਦੇਣਗੇ, ਗੱਲ ਤੇ ਰਿਜ਼ਲਟ ਤੇ ਡਿਪੈਂਡ ਕਰਦੀ ਪਿਆਉਂਦਾ ਕਿ ਨਹੀਂ ਆਉਂਦਾ।
ਜੀ ਪੀਰ ਮੁਹੰਮਦ ਸਾਹਿਬ, ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਵਕਤ, ਕਿਉਂਕਿ ਵਰਲਡ ਵਾਈਡ ਪੁਰਾਣਾ ਸਮਾਂ ਸੀਗਾ ਉਹ ਕੁਝ ਹੋਰ ਸੀ, ਅਖਬਾਰਾਂ ਛਾਪਦੀਆਂ ਸਨ, ਅਸੀਂ ਪੜ੍ਹ ਦਿੰਦੇ ਸਾਂ, ਲੋਕ ਸੁਣ ਲੈਂਦੇ ਸੀ, ਸੀਮਤ ਜਿਹਾ ਦਾਇਰਾ ਸੀਗਾ। ਇਸ ਵਕਤ ਸੋਸ਼ਲ ਨੈਟਵਰਕ ਮੀਡੀਆ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਵੱਲੋਂ ਉਹਨਾਂ ਦੇ ਵਿਰੋਧੀ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਉਹਨਾਂ ਦੇ ਵਿਰੋਧੀ ਕਹਿ ਰਹੇ ਨੇ ਕਿ ਢਾਲ ਬਣਾ ਕੇ ਪੇਸ਼ ਕੀਤਾ ਗਿਆ। ਜੇ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਦੇ ਜਰਨੈਲ ਵਜੋਂ ਇਸ ਵਕਤ ਵਿਚਰ ਰਹੇ ਨੇ, ਉਹ ਇਸ ਗੱਲ ਨੂੰ ਬਾਰ-ਬਾਰ ਆਪਣਾ ਕੀ ਕਹਿ ਲਈਏ ਕਿ ਉਹ ਵਾਰ ਨਹੀਂ ਖਾਲੀ ਜਾਣਾ ਚਾਹੁੰਦੇ ਕਿ ਸਾਨੂੰ 2 ਮਿੰਟ ਦੇ ਦਿਓ, ਅਸੀਂ ਸਿੱਧਾ ਕਰ ਦਿਆਂਗੇ, ਉਹ ਕਰ ਦਿਆਂਗੇ, ਆਹ ਕਰ ਦਿਓ। ਉਧਰੋਂ ਮੰਨਾ ਲੱਗਾ ਹੋਇਆ, ਉਧਰੋਂ ਵੜਿੰਗ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਕਿ ਹਰ ਹਾਲਤ ਦੇ ਵਿੱਚ ਜਿਹੜਾ ਹੈ ਇਹਨੂੰ ਆਤਵਾਦੀ ਘੋਸ਼ਿਤ ਕੀਤਾ ਜਾਵੇ, ਨਹੀਂ ਤੇ ਅਸੀਂ ਸੜਕਾਂ ਤੇ ਉਤਰਾਂਗੇ। ਔਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਈ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀ ਕਹਿੰਦੇ ਨੇ ਕਿ ਅਸੀਂ ਪੁਰਾਤਨ ਸਮੇਂ ਦੀ ਪਰੰਪਰਾ ਨੂੰ ਮੱਦੇਨਜ਼ਰ ਰੱਖਦਿਆਂ ਇਹ ਲੈ ਕੇ ਚੱਲੇ ਆ। ਹੁਣ ਉਹ ਕਿਹੜੀ ਪਰੰਪਰਾ ਵਾ ਜਿਹੜੀ ਅਸੀਂ ਨਹੀਂ ਪੜ੍ਹੀ ਜਾਂ ਨਹੀਂ ਪੜ੍ਹ ਸਕੇ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਪੜ੍ਹ ਲਈ ਆ? ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਤੁਸੀਂ ਕਿਵੇਂ ਨਿਭਾਉਂਦੇ ਹੋ? ਤਾਂ ਸਮੇਂ ਦੀ ਜਿਹੜੀ ਹੈ ਨਜ਼ਾਕਤ ਦੱਸੇਗੀ, ਸਮਾਂ ਦੱਸੇਗਾ। ਕਿਉਂਕਿ ਇੱਕ ਮਾਨ ਤੁਹਾਨੂੰ ਮੈਂ ਸੁਚੇਤ ਜ਼ਰੂਰ ਕਰ ਦੇਣਾ ਚਾਹੁੰਦਾ ਕਿ ਵਰਲਡ ਵਾਈਡ ਇਸ ਵਕਤ ਬਹੁਤ ਵੱਡੀ ਤਾਦਾਦ ਦੇ ਵਿੱਚ ਤੁਹਾਡੇ ਤੇ ਜਿਹੜੀ ਹੈ ਉਹ ਨਿਗਾਹ ਹੋਵੇਗੀ ਕਿ ਕਰਨੈਲ ਸਿੰਘ ਪੀਰ ਮੁਹੰਮਦ ਕਿਸੇ ਦੇ ਦਬਾਅ ਹੇਠ ਤਾਂ ਨਹੀਂ ਕੰਮ ਕਰਨਗੇ ਜਾਂ ਕਿਸੇ ਜਥੇਬੰਦੀ ਦੇ ਦਬਾਅ ਹੇਠ। ਕਿਉਂਕਿ ਮੈਂ ਸਵੇਰੇ ਵੀ ਪ੍ਰੋਗਰਾਮ ਦੇ ਵਿੱਚ ਗੱਲ ਕਹੀ ਸੀ, ਤੁਸੀਂ ਮੇਰੇ ਸੁਭਾਅ ਤੋਂ ਵੀ ਵਾਕਫ ਹੋ ਕਿ ਕੱਲਾ ਬੰਦਾ ਜੇ ਕਮੇਟੀ ਦਾ ਮੈਂਬਰ ਦਾ ਮੈਂ ਨਾ ਪੜ੍ਹਨ ਲੱਗਾ ਤੇ ਕੱਲਾ ਬੰਦਾ ਹੀ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਮੁਖੀ ਹੈ। ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣੇ ਆਪ ਦੇ ਮੁਖੀ, ਪ੍ਰਧਾਨ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਥੰਮ, ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਉਹ ਆਪਣੇ ਆਪ ਦੇ ਵਿੱਚ, ਜੈਦਰ ਬਾਬਾ ਨਿਹਾਲ ਸਿੰਘ ਜੀ ਮੁਖੀ ਤਰਨਾ ਦਲ ਉਹਨਾਂ ਦਾ ਆਪਣਾ ਦਲ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਜਿਹਦੇ ਮੁਖੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਤੇ ਜਿਨ੍ਹਾਂ ਦੀ ਕਾਪੀ ਕਰਨ ਦਾ ਸਿੱਧੇ ਲਫ਼ਜ਼ਾਂ ਦੇ ਵਿੱਚ ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਕਹਿੰਦੇ ਨੇ ਕਿ ਮੈਂ ਉਹਨਾਂ ਦੀ ਧੂੜ ਦੇ ਬਰਾਬਰ ਨਹੀਂ, ਪਰ ਹਰ ਇੱਕ ਸਟੈਪ ਉਹ ਉਹਨਾਂ ਵਾਂਗੂ ਚੱਕਦੇ ਨੇ। ਕੱਲਾ ਬੰਦਾ, ਜਿਵੇਂ ਮੈਂ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਦੀ ਗੱਲਬਾਤ ਕਰਾਂ ਤੇ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਆਪਣੀ ਪਾਰਟੀ ਦੇ ਜਾਂ ਆਪਣੇ ਜਥੇਬੰਦੀ ਦੇ ਮੁਖੀ ਹੋ, ਸਾਰੇ ਹੀ ਇੱਕ ਤੋਂ ਇੱਕ ਨੇ। ਪਰ ਸਾਡਾ ਸਵਾਲ ਆਇਆ ਸੀ ਕਿ ਹੋਰ ਵੀ ਬਹੁਤ ਸਾਰੇ ਕੌਮ ਦੇ ਵਿੱਚ ਜਿਹੜੇ ਨੇ ਇਹਨਾਂ ਨਾਵਾਂ ਤੋਂ ਬਾਰ-ਬਾਰ ਨਾਂ ਆਉਂਦੇ ਨੇ, ਬੜੇ ਜਿਹੜੇ ਸਕਾਲਰ ਨੇ ਜਾਂ ਜਿਹੜੇ ਹਿਸਟੋਰੀਅਨ ਨੇ, ਉਹਨਾਂ ਨੂੰ ਵੀ ਲਿਆ ਜਾਣਾ ਚਾਹੀਦਾ ਸੀ। ਕੀ ਕਹਿਣਾ ਚਾਹੋ? ਬਿਲਕੁਲ ਜੀ, ਬਿਲਕੁਲ ਮੇਰੇ ਵੀ ਦਿਮਾਗ ਦੇ ਵਿੱਚ ਚੱਲਦਾ ਤੇ ਮੈਂ ਸਿੰਘ ਸਾਹਿਬ ਜੀ ਨਾਲ ਵੀ ਬੇਨਤੀ ਕੀਤੀ ਸੀ ਉਹਨਾਂ ਨੂੰ। ਉਹਨਾਂ ਨੇ ਕਿਹਾ ਕਿ ਤੁਹਾਨੂੰ ਇੱਕ ਜਿਹੜੀ ਇਹ ਕਮੇਟੀ ਬਣਾ ਦਿੱਤੀ ਗਈ ਹੈ, ਤੁਸੀਂ ਮੁਨਾਸਿਬ ਸਮਝੋਗੇ ਤਾਂ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗੇ, ਤੁਸੀਂ ਆਪਾਂ ਤਾਂ ਇੱਕੋ ਹੀ ਜਾ ਰਹੇ ਹਾਂ ਕਿ ਇੱਕ ਜਿਹੜੇ ਵਖਰੇਵੇਂ ਵਾਲੇ ਵਿਚਾਰ ਨੇ ਉਹਨਾਂ ਨੂੰ ਵੀ ਲਵੋ ਔਰ ਜਿਹੜੇ ਇਸ ਵਿਰੋਧੀ ਵਿਚਾਰ ਨੇ ਉਹ ਵੀ ਰੱਖੋ। ਔਰ ਉਸ ਰੌਸ਼ਨੀ ਦੇ ਵਿੱਚ ਆਪਣਾ ਇੱਕੋ ਇੱਕ ਮਕਸਦ ਕੀ ਹੈ ਚਾਵਲਾ ਸਾਹਿਬ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਿੱਖ ਕੌਮ ਦੇ ਸਾਡੇ ਤਾਂ ਹਾਜ਼ਰ ਨਾਜ਼ਰ ਪਾਤਸ਼ਾਹ ਨੇ ਆਪਣੇ, ਲੇਕਿਨ ਜਿਹੜੇ ਦੂਸਰੇ ਧਰਮਾਂ ਦੇ ਲੋਕ ਵੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਹਰ ਸੰਭਵ ਯਤਨ ਕਰਦੇ ਨੇ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ, ਅਸੀਂ ਉਹਨਾਂ ਦੀ ਇੱਕ ਤਸੱਲੀ ਹੋਵੇ ਜਿਸ ਦੇ ਨਾਲ ਕਿ ਵਾਕਿਆ ਹੀ ਦੇਸ਼ ਦੁਨੀਆ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਵੇਖੋ ਮੈਂ ਪਹਿਲਾਂ ਵੀ ਬੇਨਤੀ ਕਰ ਰਿਹਾ ਕਿ ਜਿਸ ਤਰ੍ਹਾਂ ਦਾ ਸਤਿਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਪਹਿਲੇ ਪੈਰ ਸ਼ੁਰੂ ਹੋ ਕੇ ਤੇ ਫਿਰ ਪੂਰੇ ਦਿਨ ਦੇ ਵਿੱਚ ਜਿਸ ਤਰੀਕੇ ਨਾਲ ਉੱਥੇ ਚੱਲਦਾ ਸਾਰਾ ਮਰਜ਼ਾਦਾ ਦਾ ਤਰੀਕਾ, ਉਹ ਜਿਹੜਾ ਹੈ ਉਹ ਸਾਡੇ ਗੁਰੂ ਘਰਾਂ ਦੇ ਵਿੱਚ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਲੈ ਕੇ ਜਾਂਦੇ ਹਾਂ, ਜਿਵੇਂ ਘਰਾਂ ਦੇ ਵਿੱਚ ਜਾਂਦੇ ਨੇ, ਤੁਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਮੈਰਿਜ ਪੈਲਸਾਂ ਦੇ ਵਿੱਚ ਪਾਬੰਦੀ ਲਾਈ ਗਈ ਸਬਾਨਾਂ ਵੱਲੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਪ੍ਰਕਾਸ਼ ਨਹੀਂ ਕੀਤੇ ਜਾਣਗੇ ਜਦੋਂ ਆਨੰਦ ਕਾਰਜ ਹੁੰਦੇ ਸੀ। ਤਾਂ ਉਸ ਨੂੰ ਸਿੱਖ ਕੌਮ ਨੇ ਬਹੁਤ ਹੀ ਖੁੱਲੇ ਮਨ ਦੇ ਨਾਲ ਸਵੀਕਾਰ ਕੀਤਾ। ਤੇ ਨਹੀਂ ਤਾਂ ਤੁਸੀਂ ਦੇਖਿਆ ਸੀ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ। ਹੁਣ ਪਰਿਵਾਰਕ ਮੈਂਬਰ ਜਿਹੜੇ ਆ ਭਾਵੇਂ ਥੋੜੇ ਜਾਂਦੇ ਨੇ, ਲੇਕਿਨ ਆਨੰਦ ਕਾਰਜ ਇੱਕ ਗੁਰੂ ਘਰ ਦੇ ਵਿੱਚ ਕਰਕੇ ਤੇ ਫਿਰ ਉਹ ਮੈਰਿਜ ਪੈਲਸ ਦੇ ਵਿੱਚ ਜਾਂਦੇ ਜਾਂ ਹੋਟਲ ਦੇ ਵਿੱਚ ਜਾਂਦੇ ਆ। ਸੋ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇੱਕ ਇਸ ਤਰ੍ਹਾਂ ਸੈੱਟ ਕਰ ਦਿੱਤਾ ਜਾਵੇਗਾ
ਕਿ ਜਿਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਅੜਚਨ ਆਵੇਗੀ। ਸਾਰਾ ਕੁਝ ਠੀਕ ਕਰਨ ਜੀ ਦੀ ਹੱਥ ਚਲੋ ਨੂੰ ਤੁਹਾਡੇ ਕੀਤੀ ਉੱਤੇ ਜਾਏਗੀ। ਦੁਨੀਆ ਭਰ ਦੀ ਨਿਗਾਹ ਰਹਿਣੀ ਹੈ ਹੁਣ, ਕਿਉਂਕਿ ਹਾਂਜੀ, ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਮੈਂ ਹੈ। ਤੁਹਾਡੇ ਨਾਲ ਗੱਲ ਕਰਾਂਗਾ ਜੀ। ਇਹ ਕਮੇਟੀ ਦੀ ਰਿਪੋਰਟ ਸੌਂਪਣ ਤੋਂ ਬਾਅਦ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿੰਦਾ ਕਿ ਖੁੱਲੇ ਮਨ ਦੇ ਨਾਲ ਤੁਸੀਂ ਜਿਹੜਾ ਮਰਜ਼ੀ ਸਵਾਲ ਉਸ ਤੋਂ ਬਾਅਦ ਕਰਿਓ, ਅੱਛਾ, ਅਸੀਂ ਉਹਦਾ ਜਵਾਬ ਦਿਆਂਗੇ। ਮੈਨੂੰ ਪਤਾ ਤੁਸੀਂ ਕੁਇਕਲੀ ਮੇਰੀ ਕਾਲ ਪਿਕਅਪ ਕੀਤੀ, ਸਾਡੇ ਕੋਲ ਸਮਾਂ ਨਹੀਂ ਹੈ, ਸਾਡਾ ਸਮਾਂ ਵੀ ਸਮਾਪਤੀ ਵਾਲੇ ਪਾਸੇ ਨੂੰ ਆ। ਹੁਣ ਅਸੀਂ 4 ਘੰਟੇ ਪ੍ਰੋਗਰਾਮ ਸ਼ਾਰਟ ਕਰਦੇ ਹਾਂ, ਸਵੇਰੇ 2 ਘੰਟੇ ਕਰਦੇ ਹਾਂ। ਅਸੀਂ ਚਾਹਾਂਗੇ ਕਿ ਕਿਸੇ ਦਿਨ ਖੁੱਲਾ ਸਮਾਂ ਇਨ ਬੀਟਵੀਨ ਕਿ ਕੀ ਪ੍ਰੋਗਰੈਸਿਵ ਹੋ ਰਹੀ ਹੈ 15 ਦਿਨਾਂ ਤੋਂ ਪਹਿਲਾਂ, ਕਿਉਂਕਿ ਦੁਨੀਆ ਭਰ ਦੀ ਨਿਗਾਹ ਤੁਹਾਡੇ ਤੇ ਲੱਗੀ ਹੋਈ ਹੈ ਕਿ ਕੀ ਇਸ ਕਮੇਟੀ ਨੂੰ ਕੋਆਰਡੀਨੇਟਰ ਦੇ ਤੌਰ ਤੇ ਕਿਵੇਂ ਲੈਂਦੇ ਨੇ, ਕਿਵੇਂ ਕੋਆਰਡੀਨੇਟ ਕਰਦੇ ਨੇ ਵੱਖ-ਵੱਖ ਜਥੇਬੰਦੀਆਂ। ਹੁਣ ਮੈਂ ਜੇ ਉਹ ਲਫ਼ਜ਼ ਪੰਜਾਬੀ ਦੇ ਵਰਤਣ ਲੱਗ ਪਿਆ ਤਾਂ ਵੀ ਸਾਰੇ ਹੀ ਇੱਕ ਆਪਣੇ ਆਪ ਤੋਂ ਚੜ੍ਹਦੇ ਤੋਂ ਚੜ੍ਹਦਾ ਹੈ, ਤੇ ਕਿਵੇਂ ਤੁਸੀਂ ਇਹ ਮਾਲਾ ਜਿਹੜੀ ਹੈ, ਹੁਣ ਮੈਂ ਕਹਿ ਲਵਾਂ ਕਿ ਉਸਤਰਿਆਂ ਦੀ ਮਾਲਾ ਆਪਣੇ ਗਲ ਦੇ ਵਿੱਚ ਪੈ ਗਈ, ਹੁਣ ਕਿਵੇਂ ਤੁਸੀਂ ਇਸ ਨੂੰ ਲੈਂਦੇ ਹੋ? ਕਿਉਂਕਿ ਪੰਥ ਦੀ ਹਰ ਇੱਕ ਸ਼ਖਸੀਅਤ ਨੇ, ਮੈਂ ਤੁਹਾਨੂੰ ਇਹ ਗੱਲ ਕਹਿ ਦੇਣਾ ਚਾਹੁੰਦਾ, ਵਾਈਡ ਅਪ ਕਰਨਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਕਦੀ ਵੀ ਨਹੀਂ ਹੋਇਆ ਕਿ ਮਹਾਰਾਜ ਦਾ ਸਰੂਪ ਇਸ ਤਰੀਕੇ ਦੇ ਨਾਲ ਥਾਣੇ ਦੇ ਵਿੱਚ ਲੈ ਕੇ ਗਏ ਹੋਣ, ਤੇ ਇਸ ਤਰੀਕੇ ਨਾਲ ਸਿਰਫ ਇੱਕ ਮਹਿਜ਼ ਆਪਣੇ ਇੱਕ ਜਥੇਬੰਦੀ ਦੇ ਬੰਦੇ ਨੂੰ ਛੁਡਾਉਣ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲਿਆਂ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ, ਉਸ ਵਕਤ ਵੀ ਨਹੀਂ ਮਹਾਰਾਜ ਦਾ ਸਰੂਪ ਲੈ ਕੇ ਗਏ ਸੀ। ਇੱਕ ਬੰਦੇ ਨੂੰ ਛੁਡਾਉਣ ਵਾਸਤੇ ਇਹ ਕਿਉਂ ਹਰਕਤ ਹੋਈ ਹੈ, ਕਿਉਂ ਇਹ ਬਚਕਾਨਾ ਹਰਕਤ ਕੀਤੀ ਗਈ ਹੈ, ਬੜਾ ਵੱਡਾ ਸਵਾਲ ਹੈ। ਬਟ ਉਸ ਤੋਂ ਬਾਅਦ ਸ਼ੁਰੂਆਤ ਕੀ ਹੋ ਗਈ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪਲਾਟ ਦੇ ਉੱਤੇ ਕਬਜ਼ਾ ਕਰਨ ਦੀ ਜਾਂ ਝਗੜਾ ਸੀ ਤੇ ਇੱਕ ਬੀਬੀ ਮਹਾਰਾਜ ਦਾ ਗੁੜਕਾ ਸਾਹਿਬ ਲੈ ਕੇ ਬਹਿ ਗਈ ਉੱਥੇ। ਹਾਂਜੀ। ਇਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਆਪਣੇ ਨਿੱਜੀ ਹਿੱਤਾਂ ਵਾਸਤੇ ਵੀ ਸਰਵਉੱਚ ਸੱਚਖੰਡ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਰਵਰਤੋਂ ਨਾ ਹੋਵੇ, ਕਿਉਂਕਿ ਇੱਕ ਜਥੇਬੰਦੀ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਆਪਣੇ ਵਾਸਤੇ, ਆਪਣੇ ਇੱਕ ਬੰਦੇ ਨੂੰ ਛੁਡਾਉਣ ਵਾਸਤੇ ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਢਾਲ ਬਣਾ ਕੇ ਲੈ ਕੇ ਜਾਣ। ਮੈਂ ਨਹੀਂ ਕਹਿ ਰਿਹਾ, ਸਾਰੀਆਂ ਹੀ ਤਕਰੀਬਨ ਜਥੇਬੰਦੀਆਂ ਜਿਹੜੀਆਂ ਨੇ ਕਹਿ ਰਹੇ ਨੇ, ਅਜਨਾਲਾ ਸਾਹਿਬ ਜਿਹੜੀ ਦਮਦਮੀ ਟਕਸਾਲ ਵਾਲੇ ਨੇ ਉਹ ਵੀ ਕਹਿ ਰਹੇ ਨੇ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਮਾਂ ਦਿੱਤਾ ਹੈ। ਜੇ 1-2 ਮਿੰਟ ਕਾਲਾ ਲੈ ਲਈਏ ਤੁਹਾਡੀ ਆਗਿਆ ਹੋਵੇ, ਕਿਉਂਕਿ ਕੱਲ ਇੱਕ ਕਾਲਰ ਨੇ ਕਾਲ ਕੀਤੀ ਸੀ, ਉਹ ਮੇਰੇ ਨਾਲ ਮੇਖਾ ਚ ਲਾਈਨ ਤੇ ਨਹੀਂ ਕਾਫੀ ਸਮੇਂ ਤੋਂ, ਦੇਖ ਲੈਂਦੇ ਆ। ਵੈਲਕਮ ਜੀ। ਹਾਂ ਜੀ, ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ, ਚਾਵਲ ਸਾਹਿਬ ਤੇ ਮੁਹੰਮਦ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਦੇਖੋ ਜੀ, ਮੈਂ ਸਿਰ ਲਿਸਟ ਪੜ੍ਹੀ ਸੀ ਤੁਹਾਡੀ ਜਿਹੜੀ ਆਪਣੇ ਜਥੇਦਾਰ ਸਾਹਿਬ ਨੇ ਰਿਲੀਜ਼ ਕੀਤੀ ਹੈ, ਪੜ੍ਹ ਕੇ ਸੁਣਾਈ ਸੀ ਉਹ ਤੇ ਹਾਂਜੀ। ਉਸ ਤੋਂ ਮੈਨੂੰ ਦੋ ਤੋਂ ਬਿਨਾਂ, ਇੱਕ ਤਾਂ ਪ੍ਰਿੰਸੀਪਲ ਹੈ ਤੇ ਇੱਕ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉੱਥੋਂ ਦਾ ਇੱਕ ਪ੍ਰਿੰਸੀਪਲ ਹੈ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦਾ, 2 ਬੰਦੇ ਨੇ। ਬਾਕੀ ਜਿਹੜੇ ਸਾਰੇ ਮੈਂਬਰਸ ਨੇ ਨਾ, ਇਹ ਸਾਰੇ ਮੈਂਬਰ ਕਿਸੇ ਨਾ ਕਿਸੇ ਜਥੇਬੰਦੀ ਦੇ ਇੰਚਾਰਜ ਨੇ। ਇਹਨਾਂ ਜਥੇਬੰਦੀ ਸਾਡੇ ਵਿੱਚ ਸਿੱਖ ਪੰਥ ਦੇ ਵਿੱਚ ਸਾਰੇ ਜਥੇਬੰਦੀਆਂ ਕਦੇ ਵੀ ਇਕੱਠੀਆਂ ਨਹੀਂ ਹੋਈਆਂ, ਕਦੇ ਇੱਕ ਕਦੇ ਦੂਜੇ, ਕਦੇ ਆਪੋ ਸਾਹਮਣੇ ਖੜੇ ਹੋ ਜਾਂਦੇ ਨੇ। ਹੁਣ ਤੁਸੀਂ 15 ਜਣੇ ਜਦੋਂ ਬੈਠੋਗੇ ਜਥੀਆਂ ਦੇ ਆਪਣੇ ਲੈ ਕੇ, ਤੇ ਜੇ ਜਥੇਬੰਦੀ ਨੂੰ ਪਿੱਛੇ ਛੱਡ ਦਿਓਗੇ, ਮੈਂ ਸਿਨੇਮਰ ਬੇਨਤੀ ਕਰ ਰਿਹਾ ਤੁਹਾਡੇ ਕੋਲ, ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ। ਜੇਕਰ ਜਥੇ ਦੇ ਹਿੱਤ ਨੂੰ ਕਰਕੇ ਪਿੱਛੇ ਤੇ ਤੁਸੀਂ ਸਿਰਫ ਦਰਬਾਰ ਸਾਹਿਬ ਦੇ ਉਹਨਾਂ ਵਾਸਤੇ ਕੰਮ ਕਰੋਗੇ ਤੇ ਸਾਰੀ ਸੰਗਤ ਤੇ ਸਾਰੀ ਪੰਜਾਬ ਦੀ ਸਾਰੀ ਖਲਕਤ ਜਿਹੜੀ ਹੈ ਤੁਹਾਡੇ ਮਤਲਬ ਜ਼ਿਆਦਾ ਰਿਨੀ ਹੋ ਜਾਏਗੀ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਤੇ ਜੇ ਤੁਸੀਂ ਜਿਹੜੇ ਪਿੱਛੇ ਕਮੇਟੀਆਂ ਬਣਦੇ ਰਹੀਆਂ ਨੇ ਉਹਨਾਂ ਵਾਂਗੂ ਰੌਲਾ ਪਾ ਕੇ ਉਹਦਾ ਕਰਕੇ ਲੋਕਾਂ ਤੋਂ ਮਿੱਟੀ ਝਾੜ ਕੇ ਚਲੇ ਗਏ ਤੇ ਤੁਹਾਨੂੰ ਕਿਸੇ ਨੇ ਕੌਮ ਨੇ ਬਖਸ਼ਣਾ ਵੀ ਨਹੀਂ। ਮੈਂ ਇਹੀ ਗੱਲ ਕਹੀ ਹੈ ਜੀ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ, ਤੁਹਾਡੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇੱਕ ਮਿੰਟ ਪਲੀਜ਼, ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਦਾ ਵੀ ਜਥੇਦਾਰ ਸਾਹਿਬ ਐਡੇ ਸਾਰੇ ਨੇ, PhD ਨੇ, ਉਹਨਾਂ ਨੂੰ ਕੋਈ ਸਿੱਖ ਬੁੱਧੀਜੀਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹੱਤਤਾ ਰੱਖਦਾ ਹੋਵੇ ਤਾਂ ਐਡਾ ਇੰਟੈਲੀਜੈਂਟ ਹੋਵੇ ਕੋਈ ਨਹੀਂ ਮਿਲਿਆ ਕਿ 4-5 ਬੰਦਿਆਂ ਦੇ ਸਬ ਕਮੇਟੀ ਬਣਾ ਕੇ ਤੁਸੀਂ ਇਕੱਠੇ ਕਰਕੇ ਉਹਨਾਂ ਨਾਲ ਕੰਮ ਕਰ ਦਿੰਦੇ। ਹੁਣ ਜੇ ਤੁਸੀਂ ਰਾਏ ਲਓਗੇ, ਤੁਹਾਡੀ ਰਾਏ ਤੁਹਾਡੀ ਹੋਏਗੀ, ਉਸ ਮਹਾਂਪੁਰਸ਼ ਦੀ ਜਾਂ ਉਸ ਬੰਦੇ ਦੀ ਨਹੀਂ ਹੋਏਗੀ। ਜੋ ਵਿੱਚ ਹੁੰਦਾ ਉਹ ਜ਼ਿਆਦਾ ਅਥਾਰਟੀ ਨਾਲ ਗੱਲ ਕਰਾ ਸਕਦਾ ਸੀ। ਅਜੇ ਵੀ ਇਹਨਾਂ ਚੀਜ਼ਾਂ ਬਾਰੇ ਸੋਚੋ ਤੇ ਮੇਰਾ ਖਿਆਲ ਹੈ ਵੀ ਤੁਸੀਂ ਸਿੱਖ ਕੌਮ ਦੇ ਹਿੱਤ ਦਾ ਖਿਆਲ ਰੱਖੋਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ। ਅਜੇ ਵੀ ਸਮਾਂ ਹੈ ਤੁਹਾਡੇ ਕੋਲ, 15 ਦਿਨ ਨੇ। ਤੁਸੀਂ ਵਰਲਡ ਵਾਈਡ, ਕਿਉਂਕਿ ਅੱਜ ਦਾ ਡਿਜੀਟਲ ਯੁੱਗ ਹੈ, ਤੁਸੀਂ ਜਿਹੜੇ ਹਿਸਟੋਰੀਅਨ ਨੇ, ਕਿਉਂਕਿ ਗੱਲ ਤਾਂ ਹਿਸਟਰੀ ਦੀ ਕੀਤੀ ਜਾ ਰਹੀ ਨਾ, ਜੇ ਵਰਲਡ ਵਾਈਡ ਦੇ ਵਿੱਚ ਮਹਾਰਾਜ ਦਾ ਸਰੂਪ ਲੈ ਕੇ ਜਾ ਰਹੇ, ਉਹ ਤਸਵੀਰ ਦਿਖਾਈ ਜਾ ਰਹੀ ਹੈ,
ਤੇ ਅਸੀਂ ਸਿੱਖ ਬਿਲਕੁਲ। ਮੈਂ ਸਿੱਖ ਇਤਿਹਾਸ ਦੇ ਪੰਨੇ 'ਚ ਮਤਲਬ 2000 ਸ਼ੁਰੂ ਕੀਤੇ ਸੀ ਤੇ ਕੋਈ ਮੈਨੂੰ ਲੱਗਦਾ ਕਿ ਮੈਂ ਹਿਸਟਰੀ ਦੀ ਕਿਤਾਬ ਨਹੀਂ ਛੱਡੀ ਜਿਹਦੇ ਵਿੱਚ ਕਿਤੇ ਇਹੋ ਲਿਖਿਆ ਹੋਵੇ ਕਿ ਸਿੱਖਾਂ ਨੇ ਆਪਣੇ ਇਸ਼ਟ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਤਰੀਕੇ ਦੇ ਨਾਲ ਵਰਤਿਆ ਹੋਵੇ। ਬਿਲਕੁਲ ਜੀ, ਆਪਾਂ ਇਸ ਤਰ੍ਹਾਂ ਹੀ ਹੈ। ਮੈਂ ਇੱਕ ਵਾਰ ਦੁਬਾਰਾ ਮੈਂ ਤੁਹਾਨੂੰ ਬੇਨਤੀ ਵੀ ਕਰਾਂਗਾ ਕਿ ਕੋਈ ਵੀ ਸੁਝਾਅ ਜਿਹੜਾ ਤੁਸੀਂ ਮੇਰਾ ਨੰਬਰ ਦੇ ਸਕਦੇ ਹੋ, ਫਲੈਸ਼ ਕਰ ਸਕਦੇ ਹੋ, ਔਰ ਸਾਨੂੰ ਜਿਹੜਾ ਵੀ ਸੁਝਾਅ ਹੈ ਉਹ ਸਾਡੇ WhatsApp ਦੇ ਉੱਪਰ ਈਮੇਲ ਦੇ ਰਾਹੀਂ ਸਾਡੇ ਤੱਕ ਪਹੁੰਚਦਾ ਕਰ ਦਿੱਤਾ ਜਾਵੇ। ਅਸੀਂ ਦੁਨੀਆ ਭਰ ਦੇ ਵਿੱਚ ਵੱਸਦੀ ਸਿੱਖ ਕੌਮ ਤੇ ਉਹਨਾਂ ਸਾਰਿਆਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਦੇ, ਉਹਨਾਂ ਸਾਰਿਆਂ ਦੇ ਵਿਚਾਰ ਅਸੀਂ ਲੈਣਾ ਚਾਹੁੰਦੇ ਹਾਂ ਤਾਂ ਕਿ ਹੋਰ ਸੌਖਾ ਹੋ ਜਾਵੇ। ਮੈਂ ਪਰਸਨਲ ਤੌਰ ਤੇ ਇੱਕ ਬੇਨਤੀ ਕਰਾਂਗਾ, ਕਿਉਂਕਿ ਹਾਂਜੀ ਤੁਸੀਂ ਬੜੇ ਸੁਹਿਰਦ ਹੋ, ਬੜੀ ਜ਼ਿੰਮੇਵਾਰੀ ਵੱਡੀ ਤੁਹਾਨੂੰ ਮਿਲੀ ਹੈ, ਤੁਹਾਡੀ ਪਰਖ ਦੀ ਕੜੀ ਹੈ, ਤੁਹਾਡਾ ਇਮਤਿਹਾਨ ਹੈ। ਇਮਤਿਹਾਨ ਤੁਹਾਡਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ 1430 ਜਿਹੜੇ ਅੰਗ ਨੇ ਉਹਨਾਂ ਦੀ ਮਰਿਆਦਾ ਨੂੰ, ਸ਼ਾਨੋ ਸ਼ੌਕਤ ਨੂੰ ਬਰਕਰਾਰ ਰੱਖਣ ਵਾਸਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਕੋਈ ਬੰਦਾ ਉੱਠ ਕੇ ਇਸ ਤਰੀਕੇ ਦੀ ਕੁਝ ਹੀ ਹਰਕਤ ਨਾ ਕਰੇ। ਮੈਂ ਹੋਸੋ ਹਵਾਸ ਦੇ ਵਿੱਚ ਇਹਨੂੰ ਕੁਝ ਹੀ ਹਰਕਤ ਕਹੂੰਗਾ ਕਿ ਇੱਕ ਬੰਦੇ ਨੂੰ ਛੁਡਾਉਣ ਖਾਤਰ ਤੁਸੀਂ ਮਹਾਰਾਜ ਦੇ ਸਰੂਪ ਨੂੰ ਜਿਸ ਤਰੀਕੇ ਦੇ ਨਾਲ ਲੈ ਕੇ ਗਏ ਹਿਸਟਰੀ ਦੇ ਵਿੱਚ ਉਹਨੂੰ ਉਹਦੀ ਤੋੜ ਮੋੜ ਨਾ ਕਰੋ। ਕਦੇ ਵੀ ਇਹੋ ਜਿਹੀ ਘਟਨਾ ਨਹੀਂ ਵਾਪਰੀ। ਜੇ ਕੋਈ ਬੰਦਾ ਕਹਿੰਦਾ ਅਸੀਂ ਚੈਲੰਜ ਕਰਦੇ ਹਾਂ, ਸਾਡਾ ਨੰਬਰ ਆ 4167167794। 1997 ਤੋਂ ਇਹ ਪ੍ਰੋਗਰਾਮ ਚੱਲਦਾ ਹੈ ਔਰ ਪੰਥਕ ਹਮੇਸ਼ਾ ਮੁੱਦਿਆਂ ਦੇ ਉੱਤੇ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੈ। ਐਵੇਂ ਕਿਤੇ ਹਵਾ ਦੇ ਵਿੱਚ YouTube ਚੈਨਲ ਨਹੀਂ ਹੈ। ਅਸੀਂ ਗੱਲ ਕਰਦੇ ਹਾਂ, ਤੁਹਾਡੇ ਨਾਲ ਕਈ ਵਾਰੀ ਕੀਤੀ ਹੈ, ਤੁਹਾਡੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਤੁਸੀਂ ਆਪ ਖੁਦ ਇੱਕ ਵੀਡੀਓ ਬਣਾ ਕੇ ਪਾਓ ਕਿ ਮੈਂ ਦੁਨੀਆ ਭਰ ਦੇ ਸਿੱਖ ਕੌਮ ਦੇ ਜਿੰਨੇ ਵੀ ਫਿਲਾਸਫਰ ਨੇ, ਹਿਸਟੋਰੀਅਨ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਆਪਣੇ ਵਿਚਾਰ ਭੇਜੋ। ਉਹਨਾਂ ਵਿਚਾਰਾਂ ਤੇ 15 ਦਿਨਾਂ ਦੇ ਵਿੱਚ ਵੇਖਿਓ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਵਿਚਾਰ ਪਹੁੰਚਦੇ ਨੇ। ਬਿਲਕੁਲ ਜੀ, ਅਸੀਂ ਉਹ ਵੀਡੀਓ ਅੱਜ ਜਾਰੀ ਕਰ ਦਿਆਂਗੇ। ਬਹੁਤ ਧੰਨਵਾਦ, ਸਾਨੂੰ ਵੀ ਭੇਜਿਓ, ਅਸੀਂ ਵੀ ਪਲੇ ਕਰਾਂਗੇ। ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਤੇ ਬਹੁਤ ਵੱਡੀ ਆਸ ਹੈ। ਚੜ੍ਹਦੀ ਕਲਾ ਸਤਿਗੁਰੂ ਤੁਹਾਨੂੰ ਬਖਸ਼ੇ, ਉਹ ਤੁਹਾਡੇ ਵਿੱਚ ਇੰਨੀ ਕੁ ਹਿੰਮਤ ਬਖਸ਼ੇ, ਜੁਰਤ ਬਖਸ਼ੇ ਜਿੱਥੇ ਤੁਹਾਨੂੰ ਲੱਗੇ ਕਿ ਆਹ ਫੈਸਲਾ ਗਲਤ ਹੋ ਰਿਹਾ ਤੇ ਉਥੋਂ ਅਸਤੀਫਾ ਦੇਣ ਲੱਗਿਆ ਮਿੰਟ ਨਾ ਲਾਇਓ, ਕਿਉਂਕਿ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਸਭ ਤੋਂ ਵੱਧ ਤੁਹਾਨੂੰ ਉਹ ਪ੍ਰਵਾਨ ਹੋਣਾ। ਦੁਨਿਆਵੀ ਗੱਲਾਂ ਬਾਤਾਂ ਕੁਰਸੀਆਂ ਤੇ ਮਿਲਦੀਆਂ ਹੀ ਰਹਿੰਦੀਆਂ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ। ਗੱਲ ਚੱਲੀ ਆ ਈਸਟ ਦੀ। ਪੱਟੀ ਸਾਹਿਬ ਤੁਹਾਨੂੰ ਵੀ ਉਹਨਾਂ, ਮੈਨੂੰ ਵੀ ਉਹਨਾਂ, ਸਾਡੇ ਦਰਸ਼ਕ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਵੀ ਉਹਨਾਂ। ਹਾਂਜੀ, ਇਹ ਮਹਾਰਾਜ ਦੇ ਸਰੂਪ ਦੀ ਮਰਿਆਦਾ ਦੀ ਗੱਲ ਹੈ। ਕਮੇਟੀ ਬਣੀ ਹੈ, ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਕੋਆਰਡੀਨੇਟਰ ਬਣੇ ਨੇ। ਸਾਡੇ ਟੋਰਾਂਟੋ ਨਿਵਾਸੀ ਬੜੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਬੜੀ ਵਾਰੀ ਇਹਨਾਂ ਨਾਲ ਸਾਡੀਆਂ ਵਿਚਾਰ ਚਰਚਾ ਹੋਈਆਂ ਨੇ ਔਰ ਚਰਚਾ ਵੀ ਇਹੋ ਜਿਹੀਆਂ ਹੋਈਆਂ ਕਿ ਸਿੰਘ ਵੀ ਬੜੇ ਫਸੇ ਨੇ। ਪਰ ਉਹਨਾਂ ਨੇ ਕਿਹਾ ਕਿ ਅਸੀਂ ਮਹਾਰਾਜ ਦੇ ਸਰੂਪ ਦੀ ਜਿਹੜੀ ਆ ਜਿਸ ਤਰੀਕੇ ਦੇ ਨਾਲ ਮਰਿਆਦਾ ਉਸ ਨੂੰ ਬਰਕਰਾਰ ਰੱਖਾਂਗੇ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਪਈ ਆ। ਆਪਾਂ ਸਮਾਂ ਹੁਣ ਹੈ ਨਹੀਂ, ਸਵੇਰੇ ਗੱਲਬਾਤ ਨੂੰ ਅਗਲੀ ਜਿਹੜੀ ਆ ਕਰਾਂਗੇ ਕੰਟੀਨਿਊ। ਕੀ ਕਹਿਣਾ ਚਾਹੋਗੇ ਤੁਸੀਂ ਇਸ ਸੰਦਰਭ ਦੇ, ਜੇ ਤੁਹਾਨੂੰ ਕੋਈ ਲੱਗਦਾ ਤੇ? ਵੇਖੋ, ਇਸ ਸੰਦਰਭ 'ਚ ਤੇ ਮੈਂ ਆਪਣੀ ਰਾਏ ਦੇ ਚੁੱਕਾ। ਵੇਖੋ ਜੀ, ਬੜਾ ਕੁਝ ਸਾਹਮਣੇ ਸੀ, ਉਹ ਸਾਹਮਣੇ ਕੋਈ ਆਪਣੇ ਜਥੇਦਾਰ ਸਾਹਿਬ ਨੂੰ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਸੀ, ਸਖਤ ਬਿਆਨਬਾਜ਼ੀ ਕਰਨੀ ਚਾਹੀਦੀ ਸੀ। ਕਮੇਟੀ ਬਣਾਤੀ, ਮੈਨੂੰ ਨਹੀਂ ਉਮੀਦ ਵੀ 15 ਦਿਨਾਂ 'ਚ ਕਮੇਟੀ ਆਪਣੀ ਰਿਪੋਰਟ ਦੇ ਦੂਗੀ, ਬਿਲਕੁਲ ਨਹੀਂ। ਲਾਈਨ ਡਿਸਕਨੈਕਟ ਹੋ ਗਈ ਸੀ ਪਟਿ ਸਾਹਿਬ ਦੀ। ਹਾਂਜੀ, ਕੱਟਾ ਗਿਆ। ਹਾਂਜੀ, ਸੌਰੀ ਪਟਿ ਸਾਹਿਬ, ਸੌਰੀ। ਤੁਸੀਂ ਕਹਿ ਰਹੇ ਸੀ ਤੁਹਾਨੂੰ ਉਮੀਦ ਨਹੀਂ ਹੈ। ਨਹੀਂ, ਉਮੀਦ ਇਹੀ ਇਸ ਕਰਕੇ ਨਹੀਂ ਵੀ ਜਿੰਨੀਆਂ ਕਮੇਟੀਆਂ ਹੁਣ ਤੱਕ ਬਣੀਆਂ ਉਹਨਾਂ ਕਮੇਟੀਆਂ ਦਾ ਕੁਝ ਵੀ ਇੱਥੇ ਕੋਈ ਰਿਜ਼ਲਟ ਨਹੀਂ ਨਿਕਲ ਸਕਿਆ। ਐਸਜੀਪੀਸੀ ਵਾਲੀ ਕੀ ਕਹਿੰਦੇ ਹੁੰਦੇ ਆ, ਮੈਂ ਨਹੀਂ ਕਹਿੰਦੇ, ਆਪ ਕਹਿੰਦੇ ਆ, ਕਹਿੰਦੇ ਸਾਡੇ ਇਹ ਹੁੰਦਾ ਵੀ ਐਸਜੀਪੀਸੀ 'ਚ ਕਮੇਟੀ ਬਣਾ ਦਿਓ। ਕਮੇਟੀ ਦਾ ਮਤਲਬ ਸਭ ਕੁਝ ਮਿੱਟੀ ਕਰ। ਜੇ ਤੇ ਮਿੱਟੀ ਕਰਨ ਵਾਲੀ ਗੱਲ ਤੇ ਫਿਰ ਤੇ ਠੀਕ ਆ, ਲੇਕਿਨ ਆਪਾਂ ਕਰਨੈਲ ਸਿੰਘ ਪੀਰ ਮੁਹੰਮਦ ਦੀ ਗੱਲ ਕੀਤੀ, ਉਹ ਪੂਰੀ ਸੁਹਿਰਦਤਾ ਨਾਲ ਕੰਮ ਕਰਨਗੇ। ਉਹ ਕੋਆਰਡੀਨੇਟਰ ਨੇ। ਕੋਆਰਡੀ ਦਾ ਮਤਲਬ ਹੁੰਦਾ ਸਾਰਿਆਂ ਨੂੰ ਇਕੱਠਿਆਂ ਕਰਨਾ। ਔਰ ਇਹ ਵੀ ਤੁਹਾਨੂੰ ਦੱਸ ਦਿਆ, ਇਹਦੀ ਪ੍ਰਧਾਨਗੀ ਬਕਾਇਦਾ ਤੌਰ ਤੇ ਐਸਜੀਪੀਸੀ ਦਾ ਪ੍ਰਧਾਨ ਕਰੇਗਾ। ਉਹਦੇ ਸਾਈਨ ਚੱਲਣਗੇ ਵੀ ਕੀ ਕਰਨਾ ਕੀ ਨਹੀਂ ਕਰਨਾ। ਪਰ ਆਪਾਂ ਤਾਂ ਲਫ਼ਜ਼ ਵਰਤਤਾ ਨਾ, ਅਸੀਂ ਤਾਂ ਲਫ਼ਜ਼ ਵਰਤਤਾ। ਇੱਕ ਐਗਜ਼ਾਮਪਲ ਹੀ ਆ, ਮੁਹਾਵਰਾ ਹੀ ਸਾਡੇ ਵੱਡੇ ਵਡੇਰੇ ਨੇ ਬਣਾਇਆ ਕਿ ਉਸ ਤਰ੍ਹਾਂ ਦੀ ਮਾਲਾ ਹੈ। ਜੀ 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 ਜੀ। ਹੁਣ ਇਹ ਕਿਵੇਂ ਉਸ ਤਰ੍ਹਾਂ ਦੀ ਮਾਲਾ ਗੱਲ ਚ ਪਾਉਂਦੇ ਨੇ, ਕਿਵੇਂ ਇਹ ਕੋਆਰਡੀਨੇਟ ਕਰਦੇ ਨੇ, ਕਿਵੇਂ ਉਹ ਫੈਸਲਾ ਲੈ ਕੇ ਆਉਂਦੇ ਨੇ।
ਕਿਉਂਕਿ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਹੁਣਾਂ ਦਾ ਦਲ ਵੀ ਜਿਹੜਾ ਹੈ ਉਹ ਤੇ ਮਤਲਬ ਆਪਣੇ ਆਪ ਦੇ ਵਿੱਚ ਸਮਝਦੇ ਕਿ ਅਸੀਂ ਸਭ ਤੋਂ ਜ਼ਿਆਦਾ ਬੁੱਧੀਮਾਨ ਤੇ ਜਿਹੜੇ ਕੌਮ ਦੇ ਵਾਰਸ ਹੀ ਅਸੀਂ ਆ। ਹੈਗਾ ਤੇ ਪੰਜਾਬ ਦੇ ਵਾਰਸ ਪਰ ਕੌਮ ਦੇ ਵਾਰਸ। ਹਾਂਜੀ, ਜਿਸ ਤਰੀਕੇ ਨਾਲ ਉਹਨਾਂ ਦੀ ਦਸਤਾਰਬੰਦੀ ਹੋਈ ਆ, ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ, ਪਰ ਮੈਂ ਕੱਲ ਵੀ ਗੱਲ ਕੀਤੀ ਸੀ, ਅੱਜ ਵੀ ਕੀਤੀ ਆ, ਕੱਲ ਵੀ ਕਰਾਂਗਾ। ਉਹਨਾਂ ਨੂੰ ਆਪਣੇ ਆਲੇ ਦੁਆਲੇ, ਜਿਵੇਂ ਅਸੀਂ ਗੱਲ ਕੀਤੀ ਨਾ ਕਿ ਭਗਵੰਤ ਮਾਨ ਨੇ ਜੇ ਮੁੱਖ ਮੰਤਰੀ ਬਣਨਾ ਤੇ ਆਪਣਾ ਆਲਾ ਦੁਆਲਾ ਸਾਫ਼ ਕਰ ਲੇ, ਤੇ ਸਾਡੀ ਗੱਲ ਉੱਥੇ ਤੱਕ ਪਹੁੰਚ ਗਈ ਸੀ ਵੀ ਜੇ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨਾ ਤੇ ਆਪਣਾ ਆਲਾ ਦੁਆਲਾ ਸਾਫ਼ ਕਰੇ, ਤੇ ਸਾਫ਼ ਕੀਤਾ ਸੀ ਆਲਾ ਦੁਆਲਾ। ਉਹਦੀ ਗੱਡੀ ਦੇ ਵਿੱਚ ਡਰਾਈਵਰ ਵੀ ਚੇਂਜ ਹੋ ਗਿਆ ਸੀ ਤੇ ਗੱਡੀ 'ਚ ਇਕੱਲਾ ਬਹਿੰਦਾ ਸੀ, ਤੇ ਉਹਦਾ ਹੀ ਸਿੱਟਾ। ਜੇ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਕੌਮ ਨੂੰ ਸੇਧ ਦੇਣੀ ਹੈ ਤਾਂ ਉਹ ਆਪਣੇ ਆਲੇ ਦੁਆਲੇ ਬੁੱਧੀਜੀਵੀ ਵਰਗ ਦੇ ਲੋਕ, ਆਪ ਉਧਰੇ ਲੋਕ ਨਾ ਰੱਖਣ ਵੀ ਕੰਨ 'ਚ ਫੂਕ ਮਾਰਦੀ ਚੱਕ ਦਿਓ ਬਾਬਾ ਜੀ ਆਹ ਕਰ ਦਿਓ। ਜਵਾਨੀ ਦੇ ਵਿੱਚ ਹੋਸ਼ ਦਾ ਬੜਾ ਹੋਣਾ ਜ਼ਰੂਰੀ ਆ। ਅਸੀਂ ਅਰਦਾਸ ਕਰਦੇ ਹਾਂ ਸਵੇਰੇ ਸ਼ਾਮ, ਕਰੋੜਾਂ ਅਰਬਾਂ ਖਰਬਾਂ ਅਰਦਾਸਾਂ ਕੀਤੀਆਂ, ਸਾਡਾ ਬੱਚਾ ਜੰਮਦਾ ਉਹ ਮਰ ਜਾਵੇ, ਬਜ਼ੁਰਗ ਮਰ ਜਾਵੇ, ਵਿਆਹ ਸ਼ਾਦੀ ਸੁੱਖੀ ਦੇ ਮੌਕੇ ਤੇ, ਕਮੀ ਦੇ ਮੌਕੇ ਤੇ। ਅਰਦਾਸ ਦੇ ਵਿੱਚ ਇੱਕ ਦੋਹਰਾ ਆਉਂਦਾ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਮੱਤ ਉੱਚੀ ਵਾਲੇ ਇਹਨਾਂ ਨੂੰ ਆਪਣੇ ਨਾਲ ਰੱਖਣੇ ਚਾਹੀਦੇ ਨੇ, ਠੀਕ ਹੈ। ਜੇ ਸ਼ਸਤਰਧਾਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਸਾਨੂੰ ਕੀਤਾ, ਸ਼ਸਤਰਧਾਰੀ ਹੋਣਾ ਜ਼ਰੂਰੀ ਹੈ, ਪਰ ਮੱਤ ਉੱਚੀ ਵਾਲੇ ਹੋਣੇ ਚਾਹੀਦੇ ਨੇ। ਜਦੋਂ ਬੋਲਣ ਇਹਨਾਂ ਦੇ ਸਾਥੀ ਬੋਲਣ ਜਾਂ ਭਾਈ ਅਮਰਤਪਾਲ ਸਿੰਘ ਬੋਲੇ ਤੇ ਦੁਨੀਆ ਖੜ ਜਾਵੇ ਕਿ ਨਹੀਂ ਯਾਰ ਕੋਈ ਬੋਲਦਾ ਸੁਣ ਕੇ ਜਾਣਾ। ਇਦਾਂ ਦਾ ਅੱਜ ਯੁੱਗ ਆ, ਆ ਯੁੱਗ ਆ। ਸਾਡੀ ਤੇ ਬੇਨਤੀ ਆ, ਅਸੀਂ ਤਾਂ ਸਿਰਫ ਸੁਝਾਅ ਦੇ ਸਕਦੇ ਆ, ਬਾਕੀ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਵੇਰੇ ਮਿਲਦੇ ਆ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।